ਅਧਿਆਇ 5 ਨਿਸ਼ਾਨਾ ਤੈਅ ਕਰਨਾ ਯਾਨੀ ਕਿ ਗੋਲ ਸੈਟਿੰਗ। ਨਿਸ਼ਾਨਾ ਇੱਕ ਵਿਸ਼ੇਸ਼ ਨਿਸ਼ਚਿਤ ਅਤੇ ਸਮਾਂਬੱਧ ਅੰਤ ਹੁੰਦਾ ਹੈ ਜਿਸ ਦੀ ਦਿਸ਼ਾ 'ਚ ਤੁਸੀਂ ਉਸ ਦੇ ਪੂਰਾ ਹੋਣ ਤੱਕ ਵਿਸ਼ੇਸ਼ ਸਰਗਰਮੀ ਕਰਦੇ ਹੋ। ਤੁਹਾਡਾ ਨਿਸ਼ਾਨਾ ਬਹੁਤ ਹੀ ਵਿਸ਼ੇਸ਼ ਹੋਣਾ ਚਾਹੀਦਾ ਹੈ ਕਿਉਂਕਿ ਉੱਥੇ ਪਹੁੰਚਣ ਲਈ ਆਪਣੀ ਸਫਲਤਾ ਦਾ ਜਾਇਜ਼ਾ ਲੈਂਦੇ ਰਹਿਣ ਦੀ ਲੋੜ ਹੁੰਦੀ ਹੈ। ਇਹ ਇੱਕ ਨਿਸ਼ਚਿਤ ਸਮੇਂ ਵਾਲਾ ਹੁੰਦਾ ਹੈ ਕਿਉਂਕਿ ਇਸ ਤੋਂ ਬਗੈਰ ਤੁਸੀਂ ਆਪਣੀ ਪੂਰੀ ਸਮਰੱਥਾ ਹਾਸਲ ਨਹੀਂ ਕਰ ਸਕੋਗੇ ਜਾਂ ਜਿੱਥੇ ਤੁਸੀਂ ਪਹੁੰਚਣਾ ਹੈ ਉਸ ਮੰਜ਼ਿਲ 'ਤੇ ਪਹੁੰਚ ਨਹੀਂ ਸਕੋਗੇ। ਜੇ ਤੁਹਾਡਾ ਨਿਸ਼ਾਨਾ ਨਿਸ਼ਚਿਤ ਹੈ ਤਾਂ ਤੁਹਾਡੀ ਦ੍ਰਿਸ਼ਟੀ ਤਿੱਖੀ ਹੋ ਜਾਂਦੀ ਹੈ। ਜਦੋਂ ਮੈਂ ਆਪਣੇ ਨਿਸ਼ਾਨਿਆਂ ਉੱਪਰ ਕੰਮ ਕਰਦਾ ਹਾਂ ਮੇਰੀ ਇੱਕ ਸਮਾਂ ਹੱਦ ਹੁੰਦੀ ਹੈ ਅਤੇ ਉਪ ਸਮਾਂ ਹੱਦ ਹੁੰਦੀ ਹੈ। 10 ਸਾਲ ਦੇ ਨਿਸ਼ਾਨੇ, 5 ਸਾਲ ਦੇ ਨਿਸ਼ਾਨੇ, 3 ਸਾਲ ਦੇ ਨਿਸ਼ਾਨੇ ਅਤੇ 1 ਸਾਲ ਦੇ ਨਿਸ਼ਾਨੇ। ਫਿਰ ਮੈਂ ਇਸ ਨੂੰ ਮਹੀਨਾਵਾਰ, ਹਫ਼ਤਾਵਾਰ ਅਤੇ ਰੋਜ਼ਾਨਾ ਨਿਸ਼ਾਨਿਆਂ ਵਿੱਚ ਤਕਸੀਮ ਕਰ ਲੈਂਦਾ ਹਾਂ। ਆਪਣੇ ਨਿਸ਼ਾਨਿਆਂ ਦੀ ਕਲਪਨਾ ਕਰੋ ਅਤੇ ਉਹਨਾਂ ਨੂੰ ਲਿਖ ਲਓ। ਮੈਂ ਇਸ ਨੂੰ ਕਾਫੀ ਦੁਹਰਾ ਨਹੀਂ ਸਕਦਾ। ਆਪਣੇ ਨਿਸ਼ਾਨਿਆਂ ਪ੍ਰਤੀ ਅਸੀਂ ਜੋ ਵੀ ਫੈਸਲਾ ਲੈਂਦੇ ਹਾਂ ਉਸ ਦਾ ਨਤੀਜਾ ਬਦਲ ਜਾਂਦਾ ਹੈ। ਇਸ ਲਈ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਹਰ ਕੰਮ ਦਾ ਤੁਹਾਡੇ ਸੁਪਨਿਆਂ ਨਾਲ ਸੁਮੇਲ ਹੋਵੇ। ਇਹ ਯਕੀਨੀ ਬਣਾਓ ਕਿ ਇਹ ਨਿਸ਼ਾਨੇ ਤੁਹਾਡੇ ਹਨ, ਇਹ ਕਿਸੇ ਹੋਰ ਦੇ ਨਹੀਂ ਹਨ। ਤੁਹਾਨੂੰ ਆਪਣੇ ਆਪ ਨਾਲ ਜੁੜਨ ਅਤੇ ਇਹ ਤੈਅ ਕਰਨ ਦੀ ਲੋੜ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੋ ਤੁਹਾਨੂੰ ਖੁਸ਼ੀ ਦੇਵੇ ਅਤੇ ਫਿਰ ਇਹਨਾਂ ਨਿਸ਼ਾਨਿਆਂ ਨੂੰ ਆਪਣੇ ਕੰਮ ਵਾਲੀ ਜਗ੍ਹਾ ਨੇੜੇ ਰੱਖ ਲਓ। ਮੈਂ ਆਪਣੇ ਨਿਸ਼ਾਨਿਆਂ ਨੂੰ ਆਪਣੀ ਮੇਜ਼ ਉੱਪਰ, ਆਪਣੇ ਕੰਪਿਊਟਰ ਉੱਪਰ ਰੱਖਦਾ ਹਾਂ। ਇਸ ਲਈ ਮੈਂ ਉਹਨਾਂ ਨੂੰ ਦਿਨ ਵਿੱਚ ਕਈ ਵਾਰ ਦੇਖ ਸਕਦਾ ਹਾਂ। ਮੈਂ ਰੋਜ਼ਾਨਾ ਉਹਨਾਂ ਦੀ ਸਮੀਖਿਆ ਕਰਨਾ ਪਸੰਦ ਕਰਦਾ ਹਾਂ ਕਿ ਮੈਂ ਕਿੱਥੇ ਹਾਂ ਅਤੇ ਕਿੱਥੇ ਜਾ ਰਿਹਾ ਹਾਂ। ਮੈਂ ਜਦੋਂ ਵੀ ਨਿਸ਼ਾਨੇ ਲਿਖੇ ਹਨ ਉਹ ਮੈਂ ਪ੍ਰਾਪਤ ਵੀ ਕੀਤੇ ਹਨ। ਇਹ ਵਿਧੀ ਸੱਚੀ ਮੁੱਚੀ ਨਤੀਜੇ ਦਿੰਦੀ ਹੈ। ਕਲਪਨਾ ਦਾ ਮਹੱਤਵ। ਜਿਮ ਕੈਰੇ ਦੀ ਸਫਲਤਾ ਦਾ ਰਾਜ। ਐਕਟਰ ਅਤੇ ਕਮੇਡੀਅਨ ਜਿਮ ਕੈਰੇ ਏਸ ਵੈਂਚੁਰਾ, ਦ ਮਾਸਕ, ਦ ਗ੍ਰਿੰਚ ਵਰਗੀਆਂ ਹਾਲੀਵੁੱਡ ਦੀਆਂ ਬਲੌਕਬਸਟਰ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਸਟਾਰ ਭੂਮਿਕਾ ਨਿਭਾ ਕੇ ਨਾਮਣਾ ਖੱਟ ਚੁੱਕਾ ਹੈ। ਪਰ ਉਸ ਦਾ ਬਚਪਨ ਉਸ ਤਰ੍ਹਾਂ ਦਾ ਚਮਕ ਦਮਕ ਵਾਲਾ ਨਹੀਂ ਸੀ ਜਿਵੇਂ ਉਸ ਦੀ ਹੋਣ ਵਾਲੀ ਜ਼ਿੰਦਗੀ ਦਿਖਾਈ ਦਿੰਦੀ ਹੈ ਜੋ ਹਰ ਇੱਕ ਫਿਲਮ ਲਈ $2 ਕਰੋੜ ਤੱਕ ਮਿਹਨਤਾਨਾ ਲੈਂਦਾ ਹੈ। ਜਦੋਂ ਉਹ ਬੱਚਾ ਸੀ ਕੈਰੇ ਦੇ ਪਿਤਾ ਦੀ ਨੌਕਰੀ ਚਲੀ ਗਈ ਅਤੇ ਪੂਰੇ ਪਰਿਵਾਰ ਕੋਲ ਰਿਸ਼ਤੇਦਾਰ ਦੇ ਲਾਨ ਵਿੱਚ ਮਿੰਨੀ ਵੈਨ ਵਿੱਚ ਰਹਿਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਉਸ ਨੇ ਆਪਣੇ ਹਾਲਾਤ ਨੂੰ ਆਪਣੇ ਭਵਿੱਖ ਦਾ ਫੈਸਲਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਬਜਾਏ ਉਸ ਨੇ ਹਰ ਚੀਜ਼ ਤੋਂ ਉੱਪਰ ਉੱਠਣ ਦਾ ਬਦਲ ਚੁਣਿਆ। ਜੇਮਜ਼ ਜੂਨਸ ਕੈਰੇ ਨੇ ਆਪਣਾ ਪਹਿਲਾ ਸਟੈਂਡ-ਅਪ ਰੂਟੀਨ ਸਿਰਫ 15 ਸਾਲ ਦੀ ਉਮਰ ਵਿੱਚ ਕੀਤਾ। 21 ਸਾਲ ਦੀ ਉਮਰ ਵਿੱਚ ਉਹ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਜਾਣਦਾ ਸੀ ਅਤੇ ਬਖੂਬੀ ਸਮਝਦਾ ਸੀ ਕਿ ਕਾਮੇਡੀ ਅਤੇ ਲੋਕਾਂ ਨੂੰ ਹਸਾਉਣ ਦਾ ਉਸ ਦਾ ਸ਼ੌਂਕ ਉਸ ਨੂੰ ਕਿੱਥੋਂ ਮਿਲੇਗਾ। ਉਸ ਨੂੰ ਹਾਲੀਵੁੱਡ ਜਾਣਾ ਪੈਣਾ ਸੀ। ਜਦੋਂ ਹਾਲੀਵੁੱਡ 'ਚ ਕੰਮ ਕਰਨਾ ਮੁਸ਼ਕਲ ਨਜ਼ਰ ਆਉਂਦਾ ਤਾਂ ਉਹ ਮਲਹੌਲੈਂਡ ਡਰਾਈਵ ਵੱਲ ਚਲਾ ਜਾਂਦਾ ਅਤੇ ਆਪਣੇ ਆਪ ਨੂੰ ਆਪਣੇ ਸੁਪਨੇ ਚੇਤੇ ਕਰਾਉਣ ਲਈ ਸ਼ਹਿਰ ਨੂੰ ਗੌਰ ਨਾਲ ਦੇਖਦਾ। ਮੈਂ ਐਕਟਿੰਗ ਸੇਵਾਵਾਂ ਲਈ $1 ਕਰੋੜ ਦਾ ਚੈੱਕ ਆਪਣੇ ਆਪ ਨੂੰ ਦਿੱਤਾ ਅਤੇ ਇਸ ਉੱਪਰ ਥੈਂਕਸ ਗਿਵਿੰਗ 1995 ਤਰੀਕ ਪਾਈ। ਮੈਂ ਇਸ ਨੂੰ ਆਪਣੇ ਬਟੂਏ ਵਿੱਚ ਪਾ ਲਿਆ ਅਤੇ ਇਸ ਦੀ ਹਾਲਤ ਖਸਤਾ ਹੋ ਗਈ ਅਤੇ ਫਿਰ ਥੈਂਕਸ ਗਿਵਿੰਗ 1995 ਤੋਂ ਠੀਕ ਪਹਿਲਾਂ ਮੈਨੂੰ ਆਭਾਸ ਹੋਇਆ ਕਿ ਮੈਂ ਡੰਪ ਐਂਡ ਡੰਬਰ ਲਈ $1 ਕਰੋੜ ਬਣਾਉਣ ਜਾ ਰਿਹਾ ਸੀ। ਇਹ ਚੈੱਕ ਮੈਂ ਪਿਤਾ ਜੀ ਦੇ ਨਾਲ ਤਬੂਤ ਵਿੱਚ ਰੱਖ ਦਿੱਤਾ ਕਿਉਂਕਿ ਇਹ ਸਾਡਾ ਦੋਵਾਂ ਦਾ ਸੁਪਨਾ ਸੀ। ਆਪਣੀਆਂ ਬਹੁਤ ਸਾਰੀਆਂ ਬੁਰੀਆਂ ਘੜੀਆਂ ਦੌਰਾਨ ਮੈਂ ਆਪਣੇ ਆਪ ਨੂੰ ਕਿਸੇ ਲਈ ਪ੍ਰੇਰਨਾਦਾਇਕ ਨਹੀਂ ਮੰਨਿਆ। ਹਾਲਾਂਕਿ ਜਿਉਂ-ਜਿਉਂ ਸਾਲ ਲੰਘਦੇ ਗਏ ਮੇਰਾ ਬਹੁਤ ਸਾਰੇ ਦੋਸਤਾਂ, ਸਹਿਕਰਮੀਆਂ ਅਤੇ ਗਾਹਕਾਂ ਨਾਲ ਸੰਪਰਕ ਹੋਇਆ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਉਹਨਾਂ ਲਈ ਪ੍ਰੇਰਨਾ ਰਿਹਾ ਹਾਂ। ਇਹ ਬਹੁਤ ਖੁਸ਼ਗਵਾਰ ਅਹਿਸਾਸ ਹੈ ਹਾਲਾਂਕਿ ਬਹੁਤ ਨਿਮਰ ਹੈ ਜਦੋਂ ਤੁਸੀਂ ਉਹਨਾਂ ਸਾਰੀਆਂ ਅਸਫਲਤਾਵਾਂ ਨੂੰ ਦੇਖਦੇ ਹੋ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਅਤੇ ਹਰ ਸਮੇਂ ਚੀਜ਼ਾਂ ਤੁਹਾਡੀ ਯੋਜਨਾ ਅਨੁਸਾਰ ਨਹੀਂ ਸੀ ਵਾਪਰਦੀਆਂ। ਟੀਚਿਆਂ ਦੀ ਤਾਂ ਗੱਲ ਹੀ ਛੱਡੋ। ਇਸੇ ਤਰ੍ਹਾਂ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ ਬਹੁਤ ਸਾਰੇ ਲੋਕ ਉਸ ਸਖਤ ਮਿਹਨਤ ਅਤੇ ਸਾਰੀਆਂ ਮੁਸੀਬਤਾਂ ਅਤੇ ਮੁਸ਼ਕਲਾਂ ਨੂੰ ਭੁੱਲ ਜਾਣਗੇ ਜਿਨ੍ਹਾਂ 'ਚ ਤੁਹਾਨੂੰ ਗੁਜ਼ਰਨਾ ਪਿਆ। ਜ਼ਿਆਦਾਤਰ ਲੋਕ ਸੁੱਖ ਸਹੂਲਤਾਂ 'ਚ ਰਹਿਣ ਵਾਲੇ ਲੋਕ ਕਹਿ ਸਕਦੇ ਹਨ, ਵਾਹ ਉਹ ਕਿੰਨਾ ਖੁਸ਼ਕਿਸਮਤ ਹੈ। ਜਿਮ ਕੈਰੇ ਕੋਲ ਕੋਈ ਬੈਕਅਪ ਯੋਜਨਾ ਨਹੀਂ ਸੀ ਅਤੇ ਉਹ ਜਾਣਦਾ ਸੀ ਕਿ ਵਿੱਤੀ ਸੰਘਰਸ਼ ਕੀ ਹੁੰਦਾ ਹੈ। ਉਸ ਨੇ ਆਪਣੇ ਡਰਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸ ਦੀ ਬਜਾਏ ਉਸ ਨੇ ਆਪਣੇ ਦਿਮਾਗ
ਆਪਣੇ ਅਵਚੇਤਨ ਮਨ ਨੂੰ ਤਿਆਰ ਕਰਨ ਅਤੇ ਆਪਣੀਆਂ ਨਜ਼ਰਾਂ ਸਿਰਫ ਪ੍ਰਾਪਤੀ ਉੱਪਰ ਟਿਕਾਈ ਰੱਖਣ ਦਾ ਬਦਲ ਚੁਣਿਆ। ਇੱਕ ਭਵਿੱਖ ਜੋ ਉਹ ਹਮੇਸ਼ਾ ਚਾਹੁੰਦਾ ਸੀ। ਉਹ ਇਸ ਬਾਰੇ ਸਪਸ਼ਟ ਸੀ ਕਿ ਉਹ ਕਿੰਨਾ ਬਣਾਉਣਾ ਚਾਹੁੰਦਾ ਸੀ ਅਤੇ ਉਸਨੇ ਆਪਣੇ ਨਿਸ਼ਾਨਿਆਂ ਉੱਪਰ ਇਕਾਗਰ ਕਰਕੇ ਕੋਈ ਵੀ ਸ਼ੱਕ ਆਪਣੇ ਨੇੜੇ ਫਟਕਣ ਨਹੀਂ ਦਿੱਤਾ। ਜਿਮ ਕੈਰੀ ਕਹਿੰਦੇ ਨੇ ਕਿ ਮੇਰਾ ਫੋਕਸ ਜ਼ਿੰਦਗੀ ਦੇ ਦੁੱਖ ਨੂੰ ਭੁੱਲ ਜਾਣਾ ਹੈ। ਦੁੱਖ ਭੁੱਲ ਜਾਓ, ਦੁੱਖ ਦਾ ਮਜ਼ਾਕ ਉਡਾਓ, ਇਸ ਨੂੰ ਘਟਾਓ, ਖੂਬ ਹੱਸੋ। ਜਦੋਂ ਲਾਸ ਐਂਜਲਸ ਵਿੱਚ ਕੰਮ ਨਾ ਮਿਲਣ 'ਤੇ ਨਿਰਾਸ਼ ਹੋ ਜਾਂਦਾ, ਉਹ ਆਪਣੇ ਆਪ ਨੂੰ ਵਾਰ-ਵਾਰ ਕਹਿੰਦਾ, ਹਰ ਕੋਈ ਮੇਰੇ ਨਾਲ ਕੰਮ ਕਰਨਾ ਚਾਹੁੰਦਾ ਹੈ। ਮੈਂ ਸੱਚਮੁੱਚ ਵਧੀਆ ਐਕਟਰ ਹਾਂ। ਮੇਰੇ ਕੋਲ ਹਰ ਤਰ੍ਹਾਂ ਦੀਆਂ ਸ਼ਾਨਦਾਰ ਫਿਲਮਾਂ ਦੀਆਂ ਆਫਰ ਹਨ। ਉੱਥੇ ਮੇਰੇ ਲਈ ਆਫਰ ਤਿਆਰ ਹਨ। ਅਜੇ ਮੈਂ ਹੀ ਉਹਨਾਂ ਵੱਲ ਧਿਆਨ ਨਹੀਂ ਦੇ ਰਿਹਾ। ਜਿਮ ਕੈਰੀ ਦੇ ਸਿਰੜ ਦਾ ਮੁੱਲ ਪਿਆ ਕਿਉਂਕਿ ਹੁਣ ਉਹ ਪ੍ਰਤੀ ਫਿਲਮ ਘੱਟੋ ਘੱਟ $2 ਕਰੋੜ ਲੈਂਦਾ ਹੈ। ਕਿਸੇ ਵੀ ਫਿਲਮ ਨਾਲ ਉਸ ਦਾ ਨਾਮ ਜੁੜਨਾ ਸੁਭਾਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਫਲਤਾ ਦੀ ਜਾਮਨੀ ਬਣ ਜਾਂਦਾ ਹੈ। ਇਹ ਸਭ ਇੱਕ ਕੈਨੇਡੀਅਨ ਐਕਟਰ ਦੇ ਲਈ ਸੰਭਵ ਹੋਇਆ ਜੋ ਆਪਣੇ ਪਰਿਵਾਰ ਨਾਲ ਓਨਟਾਰੀਓ ਦੇ ਸਸਤੇ ਕਿਰਾਏ ਵਾਲੇ ਅਪਾਰਟਮੈਂਟ ਵਿੱਚ ਰਹਿੰਦਾ ਸੀ। ਸ਼ਾਨਦਾਰ ਕੰਮਾਂ ਨੂੰ ਪੂਰੇ ਕਰਨ ਲਈ ਸਾਨੂੰ ਨਾ ਸਿਰਫ ਅਮਲ ਕਰਨਾ ਚਾਹੀਦਾ ਹੈ, ਸਗੋਂ ਸੁਪਨੇ ਵੀ ਲੈਣੇ ਚਾਹੀਦੇ ਹਨ। ਸਿਰਫ ਯੋਜਨਾ ਹੀ ਨਾ ਬਣਾਈਏ, ਸਗੋਂ ਉਸ ਵਿੱਚ ਯਕੀਨ ਵੀ ਕਰੀਏ। ਜੇ ਤੁਹਾਡੇ ਟੀਚੇ ਤੁਰੰਤ ਪੂਰੇ ਨਹੀਂ ਹੁੰਦੇ ਅਤੇ ਕੰਮ ਸਿਰੇ ਨਹੀਂ ਲੱਗਿਆ ਤਾਂ ਨਿਰਾਸ਼ ਨਾ ਹੋਵੋ। ਜਦੋਂ ਤੁਸੀਂ ਆਪਣੇ ਟੀਚੇ ਤੈਅ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੀ ਸੌਖ ਤੋਂ ਬਾਹਰ ਜਾ ਕੇ ਵੱਡੇ ਟੀਚਿਆਂ ਦੀ ਮੰਜ਼ਿਲ ਮਿੱਥ ਰਹੇ ਹੁੰਦੇ ਹੋ। ਆਪਣੇ ਆਪ ਨਾਲ ਸਵੈ ਨਾਲ ਨੈਗੇਟਿਵ ਗੱਲਾਂ ਨੂੰ ਮੌਕਾ ਨਾ ਦਿਓ। ਆਪਣੀਆਂ ਅਸਫਲਤਾਵਾਂ ਨੂੰ ਨਿੱਜੀ ਤੌਰ 'ਤੇ ਮਨ ਨੂੰ ਨਾ ਲਾਓ। ਅਗਲੀ ਵਾਰ ਬਿਹਤਰ ਕੰਮ ਕਰੋ। ਟੀਚੇ ਲਿਖ ਲੈਣਾ ਬਹੁਤ ਮਹੱਤਵਪੂਰਨ ਹੈ, ਪਰ ਇਹਨਾਂ ਨੂੰ ਪੂਰੇ ਕਰਨ ਲਈ ਅਮਲੀ ਕਦਮ ਵੀ ਬਰਾਬਰ ਮਹੱਤਵਪੂਰਨ ਹਨ। ਇਹ ਜ਼ਿੰਦਗੀ ਤੁਹਾਡੀ ਹੈ, ਸੋ ਇਸ ਦੀ ਜ਼ਿੰਮੇਵਾਰੀ ਸੰਭਣ ਅਤੇ ਇਹ ਫੈਸਲਾ ਲੈਣ ਦਾ ਸਮਾਂ ਆ ਗਿਆ ਹੈ ਕਿ ਤੁਸੀਂ ਇਸ ਨੂੰ ਕਿਵੇਂ ਜਿਉਣਾ ਚਾਹੁੰਦੇ ਹੋ। ਜੀ ਹਾਂ, ਇਹ ਤੁਹਾਨੂੰ ਤੈਅ ਕਰਨਾ ਪਵੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਕਿਹੋ ਜਿਹੀ ਬਣਾਉਣੀ ਚਾਹੁੰਦੇ ਹੋ। ਵਿਸ਼ਲੇਸ਼ਣ ਕਰੋ ਅਤੇ ਦੇਖੋ ਕਿ ਕਿਹੜੀ ਚੀਜ਼ ਤੁਹਾਡੇ ਕੰਮ ਦੀ ਹੈ ਅਤੇ ਕਿਹੜੀ ਨਹੀਂ ਹੈ। ਹਰ ਚੀਜ਼ ਜੋ ਤੁਸੀਂ ਸੋਚਦੇ, ਕਹਿੰਦੇ ਅਤੇ ਕਰਦੇ ਹੋ ਤੁਹਾਨੂੰ ਤੁਹਾਡੇ ਟੀਚੇ ਵੱਲ ਲਿਜਾਂਦੀ ਹੈ, ਪਰ ਹਰ ਚੀਜ਼ ਧਿਆਨ ਮੰਗਦੀ ਹੈ। ਜਦੋਂ ਇੱਕ ਵਾਰ ਤੁਹਾਡੀ ਦ੍ਰਿਸ਼ਟੀ ਸਪਸ਼ਟ ਹੋ ਜਾਂਦੀ ਹੈ, ਫਿਰ ਭਾਵੇਂ ਤੁਹਾਡੇ ਕੰਮ 'ਚ ਵਿਘਨ ਪਵੇ, ਤੁਸੀਂ ਆਪਣੇ ਸੁਪਨਿਆਂ ਦੇ ਰਾਹ 'ਤੇ ਤੁਰਦੇ ਰਹਿੰਦੇ ਹੋ। ਟੀਚੇ ਤੁਹਾਡਾ GPS ਹਨ। ਜੇ ਤੁਸੀਂ ਬਿੰਦੂ A ਤੋਂ ਬਿੰਦੂ B ਵੱਲ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਉੱਥੇ ਕਿਵੇਂ ਪਹੁੰਚ ਰਹੇ ਹੋ ਅਤੇ ਤੁਸੀਂ ਕਿੱਥੋਂ ਸੱਜੇ ਜਾਂ ਖੱਬੇ ਮੁੜਨਾ ਹੈ। ਤੁਸੀਂ ਅੱਕੀ ਪਲਾਹੀ ਹੱਥ ਨਹੀਂ ਮਾਰ ਸਕਦੇ। ਆਪਣੀ ਸਫਲਤਾ 'ਤੇ ਜਸ਼ਨ ਮਨਾਓ। ਨਿੱਕੀ ਜਿਹੀ ਸਫਲਤਾ ਦਾ ਜਸ਼ਨ ਵੀ ਯਕੀਨੀ ਬਣਾਓ। ਇਸ ਤਰੀਕੇ ਨਾਲ ਤੁਸੀਂ ਆਪਣੇ ਅਵਚੇਤਨ ਨੂੰ ਦੱਸਦੇ ਹੋ ਕਿ ਤੁਸੀਂ ਸਹੀ ਰਾਹ 'ਤੇ ਜਾ ਰਹੇ ਹੋ। ਇਸੇ ਕਰਕੇ ਮੈਂ ਸਾਲਾਨਾ ਇਨਾਮ ਸਨਮਾਨ ਸਮਾਗਮ ਕਰਦਾ ਹਾਂ, ਆਪਣੀ ਟੀਮ ਨੂੰ ਵੱਡੀ ਗਿਣਤੀ 'ਚ ਸਰੋਤਿਆਂ ਦੇ ਸਾਹਮਣੇ ਉਤਸ਼ਾਹਿਤ ਕਰਨ, ਪ੍ਰੇਰਨਾ ਦੇਣ ਅਤੇ ਮਾਨਤਾ ਦੇਣ ਲਈ। ਉਸੇ ਸਮਾਗਮ 'ਚ ਮੈਂ ਆਪਣੇ ਅਗਲੇ ਸਾਲ ਦੇ ਟੀਚਿਆਂ ਬਾਰੇ ਵੀ ਗੱਲ ਕਰਦਾ ਹਾਂ ਅਤੇ ਇਹ ਮੈਨੂੰ ਜਵਾਬਦੇਹ ਬਣਾਉਂਦਾ ਹੈ। ਗਲਤ ਰੁਟੀਨ ਤੁਹਾਡੇ ਟੀਚਿਆਂ ਅਤੇ ਸੁਪਨਿਆਂ ਉੱਪਰ ਪਾਣੀ ਫੇਰ ਸਕਦਾ ਹੈ। ਇਹ ਯਕੀਨੀ ਬਣਾਓ ਕਿ ਤੁਹਾਡੇ ਨਾਲ ਇੰਜ ਨਾ ਹੋਵੇ। ਪੈਟਰਨ ਨੂੰ ਤੋੜਨ ਲਈ ਆਪਣੇ ਰੋਜ਼ਾਨਾ ਰੂਟੀਨ 'ਚੋਂ ਘੱਟੋ ਘੱਟ ਇੱਕ ਨਵਾਂ ਕਦਮ ਜ਼ਰੂਰ ਸ਼ਾਮਲ ਕਰੋ। ਇਹ ਤੁਹਾਡੇ ਲਈ ਕਿਸੇ ਵੀ ਨੈਗੇਟਿਵ ਰੂਟੀਨ ਦੀ ਜਕੜ 'ਚੋਂ ਨਿਕਲਣਾ ਸੰਭਵ ਬਣਾ ਕੇ ਭਵਿੱਖ ਵਿੱਚ ਤੁਹਾਡੇ ਲਈ ਹੋਰ ਬਹੁਤ ਸਾਰੇ ਕਦਮਾਂ ਲਈ ਹਾਲਾਤ ਤਿਆਰ ਕਰੇਗਾ। ਤੁਸੀਂ ਉਹ ਸਭ ਕੁਝ ਪ੍ਰਾਪਤ ਕਰਨ ਦੇ ਰਾਹ 'ਤੇ ਹੋ ਜੋ ਤੁਸੀਂ ਕਦੇ ਚਾਹੁੰਦੇ ਸੀ। ਹੁਣ ਉਸ ਨੂੰ ਲੈ ਕੇ ਉਤਸ਼ਾਹਿਤ ਅਤੇ ਪ੍ਰੇਰਿਤ ਹੋਣ ਦਾ ਸਮਾਂ ਹੈ ਕਿ ਭਵਿੱਖ ਤੁਹਾਡੇ ਲਈ ਕੀ ਲਈ ਬੈਠਾ ਹੈ। ਆਪਣੇ ਆਦਰਸ਼ ਦੀ ਜ਼ਿੰਦਗੀ ਜਿਉਣ ਦੀ ਕਲਪਨਾ ਕਰੋ ਅਤੇ ਫਿਰ ਇਸ ਨੂੰ ਸੰਭਵ ਬਣਾਉਣ ਲਈ ਜੁਟ ਜਾਓ। ਚਾਹੇ ਤੁਹਾਡਾ ਆਪਣਾ ਕਾਰੋਬਾਰ ਹੈ ਜਾਂ ਤੁਸੀਂ ਕਿਸੇ ਹੋਰ ਲਈ ਕੰਮ ਕਰਦੇ ਹੋ, ਹਰ ਸਮੇਂ ਇਸ ਤਰ੍ਹਾਂ ਪੇਸ਼ ਆਓ ਕਿ ਤੁਸੀਂ ਹੀ ਆਪਣੇ ਬੌਸ ਹੋ। ਇਸ ਤਰ੍ਹਾਂ ਪੇਸ਼ ਆਓ ਕਿ ਤੁਸੀਂ ਹੀ ਕੰਪਨੀ ਦੇ ਮਾਲਕ ਹੋ ਅਤੇ ਤੁਸੀਂ ਨਹੀਂ ਜਾਣਦੇ ਕਿ ਇਹ ਮਾਨਸਿਕਤਾ ਤੁਹਾਨੂੰ ਕਿਸ ਬੁਲੰਦੀ 'ਤੇ ਪਹੁੰਚਾ ਦੇਵੇਗੀ। ਆਪਣੇ ਮਿਆਰ ਉੱਚੇ ਚੁੱਕੋ। ਇਹ ਤੁਹਾਡੇ ਲਈ ਆਪਣੇ ਮਿਆਰਾਂ ਨੂੰ ਉੱਚੇ ਚੁੱਕਣ ਦਾ ਸਮਾਂ ਹੈ। ਇਹ ਕਿਸੇ ਵੀ ਹੋਰ ਨਾਲੋਂ ਆਪਣੇ ਆਪ ਤੋਂ ਵਧੇਰੇ ਉਮੀਦ ਕਰਨ ਦਾ ਸਮਾਂ ਹੈ। ਆਪਣੇ ਅੰਦਰਲੀ ਬਿਹਤਰੀਨ ਕਾਬਲੀਅਤ ਤੋਂ ਘੱਟ ਕੁਝ ਵੀ ਨਾ ਸਵੀਕਾਰ ਕਰੋ ਅਤੇ ਫਿਰ ਤੁਹਾਨੂੰ ਆਪਣੇ ਸੁਪਨਿਆਂ ਦੀ ਜ਼ਿੰਦਗੀ ਬਣਾਉਣ 'ਚ ਕੋਈ ਸਮੱਸਿਆ ਨਹੀਂ ਆਵੇਗੀ। ਹਾਂ ਕਹਿਣਾ ਅਤੇ ਫਿਰ ਇਸ ਨੂੰ ਸਮਝਣਾ ਹਮੇਸ਼ਾ ਬਿਹਤਰ ਹੁੰਦਾ ਹੈ। ਇਸ ਤਰੀਕੇ ਨਾਲ ਤੁਸੀਂ ਆਪਣੀਆਂ ਸੀਮਾਵਾਂ ਨੂੰ ਅੱਗੇ ਲਿਜਾ ਰਹੇ ਹੁੰਦੇ ਹੋ। ਇਹ ਯਕੀਨੀ ਬਣਾਓ ਕਿ ਤੁਸੀਂ ਇਸ ਦਿਸ਼ਾ 'ਚੋਂ ਅਮਲ ਕਰ ਰਹੇ ਹੋ ਅਤੇ ਤੁਹਾਡੇ 'ਚੋਂ ਸਪਸ਼ਟਤਾ ਆਵੇਗੀ
ਇਹ ਤੁਹਾਡੀ ਆਪਣੇ ਕਾਰੋਬਾਰ ਅਤੇ ਆਪਣੀ ਜ਼ਿੰਦਗੀ 'ਚ ਵਧੇਰੇ ਉਸਾਰੂ ਹੋਣ ਅਤੇ ਤੁਹਾਨੂੰ ਸਮੱਸਿਆ ਦਾ ਬਿਹਤਰ ਹੱਲਕਰਤਾ ਬਣਾਉਣ 'ਚ ਮਦਦ ਕਰੇਗਾ। ਅਮਲ 'ਚ ਪੈ ਕੇ ਅਤੇ ਹਾਂ ਕਹਿ ਕੇ ਤੁਸੀਂ ਜ਼ਿੰਦਗੀ ਨੂੰ ਹਾਂ ਕਹਿ ਰਹੇ ਹੋ। ਡਰ ਸਾਨੂੰ ਬਹਾਨੇ ਬਣਾਉਣ ਲਈ ਮਜਬੂਰ ਕਰਦੇ ਹਨ, ਕਿਉਂਕਿ ਕੋਈ ਐਸੀ ਚੀਜ਼ ਹੋ ਸਕਦੀ ਹੈ ਜਿਸ ਦਾ ਤੁਸੀਂ ਸਾਹਮਣਾ ਨਹੀਂ ਕਰਨਾ ਚਾਹੁੰਦੇ, ਪਰ ਤੁਹਾਡੀ ਜ਼ਿੰਦਗੀ 'ਚ ਬਹਾਨਿਆਂ ਲਈ ਕੋਈ ਜਗ੍ਹਾ ਨਹੀਂ ਹੈ। ਜਦੋਂ ਤੁਸੀਂ ਅਮਲ ਕਰਦੇ ਹੋ ਤਾਂ ਇਹ ਤੁਹਾਡਾ ਡਰ ਦੂਰ ਕਰ ਦਿੰਦਾ ਹੈ। ਤੁਸੀਂ ਆਪਣੇ ਅਵਚੇਤਨ ਮਨ ਨੂੰ ਸਿਖਲਾਈ ਦੇ ਰਹੇ ਹੁੰਦੇ ਹੋ ਅਤੇ ਬੇਆਰਾਮੀ ਦੇ ਹਾਲਾਤ ਵਿੱਚ ਥੋੜ੍ਹਾ ਆਰਾਮਦਾਇਕ ਰਹਿਣਾ ਸਿੱਖ ਕੇ ਤੁਸੀਂ ਆਪਣੀਆਂ ਨਵੀਆਂ ਮਾਸਪੇਸ਼ੀਆਂ ਦੀ ਕਸਰਤ ਕਰ ਰਹੇ ਹੁੰਦੇ ਹੋ। ਅਤੇ ਚੇਤੇ ਰੱਖੋ, ਵਿਕਾਸ ਸਿਰਫ ਆਪਣੇ ਸੁੱਖ ਆਰਾਮ ਤੋਂ ਬਾਹਰ ਨਿਕਲ ਕੇ ਹੀ ਆਉਂਦਾ ਹੈ। ਜਦ ਤੁਸੀਂ ਦਲੇਰ ਕਦਮ ਚੁੱਕਦੇ ਹੋ, ਇਹ ਤੁਹਾਡੇ ਸਵੈਮਾਨ ਨੂੰ ਹੁਲਾਰਾ ਦਿੰਦਾ ਹੈ। ਤੁਸੀਂ ਸਹੀ ਮੌਕਿਆਂ 'ਤੇ ਭਰੋਸਾ ਕਰਦੇ ਹੋ ਅਤੇ ਲੋਕ ਤੁਹਾਡੇ ਕੋਲ ਆਪ ਚੱਲ ਕੇ ਆਉਣਗੇ। ਬ੍ਰਹਿਮੰਡ ਹਮੇਸ਼ਾ ਦਲੇਰ ਦਾ ਪੱਖ ਪੂਰਦਾ ਹੈ। ਉਹ ਕਦਮ ਚੁੱਕ ਕੇ ਤੁਸੀਂ ਆਪਣੇ ਆਪ ਪ੍ਰਤੀ ਵਚਨਬੱਧਤਾ ਬਣਾ ਰਹੇ ਹੋ। ਅਭਿਆਸ। ਬਹੁਤਾ ਜ਼ੋਰ ਪਾ ਕੇ ਸੋਚੇ ਤੋਂ ਬਗੈਰ ਜੋ ਵੀ ਤੁਹਾਡੇ ਦਿਮਾਗ ਵਿੱਚ ਆਉਂਦਾ ਹੈ ਉਸ ਨੂੰ ਲਿਖ ਲਓ। 5 ਤੋਂ 10 ਸਾਲਾਂ ਵਿੱਚ ਆਪਣੀ ਸਭ ਤੋਂ ਆਦਰਸ਼ ਜ਼ਿੰਦਗੀ ਜਿਉਣ ਦੀ ਕਲਪਨਾ ਆਪਣੇ ਮਨ ਵਿੱਚ ਕਰੋ। ਤੁਸੀਂ ਕਿੱਥੇ ਹੋ? ਤੁਸੀਂ ਕਿਸ ਦੇ ਨਾਲ ਹੋ? ਤੁਸੀਂ ਕੀ ਕਰ ਰਹੇ ਹੋ? ਤੁਹਾਡੀ ਮਾਨਸਿਕ ਅਤੇ ਭਾਵਨਾਤਮਕ ਹਾਲਤ ਕਿਹੋ ਜਿਹੀ ਹੈ? ਤੁਸੀਂ ਖੀਵੇ, ਖੁਸ਼ ਅਤੇ ਸੰਤੁਸ਼ਟ ਮਹਿਸੂਸ ਕਰ ਰਹੇ ਹੋ ਜਾਂ ਤੁਸੀਂ ਤਣਾਅਗ੍ਰਸਤ ਅਤੇ ਬੁੱਝੇ ਮਹਿਸੂਸ ਕਰ ਰਹੇ ਹੋ? ਆਪਣੀ ਜ਼ਿੰਦਗੀ ਦੀ ਕਲਪਨਾ ਕਰੋ, ਉਸ ਦੀ ਜੋ ਹੁੰਦਾ ਤੁਸੀਂ ਦੇਖਣਾ ਚਾਹੁੰਦੇ ਹੋ। ਇਹ ਸਾਰਾ ਕੁਝ ਲਿਖ ਲਓ। ਜੇ ਤੁਸੀਂ ਸਪਸ਼ਟ ਹੋ, ਇਹ ਤੁਹਾਡੀ ਪ੍ਰਬਲ ਇੱਛਾ ਬਣ ਜਾਵੇਗੀ। ਤੁਹਾਡੀ ਜ਼ਿੰਦਗੀ ਇਸ ਤਰ੍ਹਾਂ ਬਦਲਦੀ ਹੈ। ਤੁਸੀਂ ਆਪਣੀ ਜ਼ਿੰਦਗੀ ਬਣਾਉਣ ਲਈ ਤਿਆਰ ਹੋ ਅਤੇ ਇਸ ਦੇ ਮਜ਼ੇ ਲਓ। ਆਪਣੀ ਕਲਪਨਾ ਨੂੰ ਸ਼ਾਮਲ ਕਰੋ। ਜੇ ਤੁਸੀਂ ਇਸ ਦਾ ਸੁਪਨਾ ਲੈ ਸਕਦੇ ਹੋ ਤਾਂ ਕਰ ਵੀ ਸਕਦੇ ਹੋ। ਇਹ ਕਹਿਣਾ ਹੈ ਵਾਲਟ ਡਿਜ਼ਨੀ ਦਾ। ਜੇ ਤੁਹਾਡੀ ਇੱਛਾ ਬੋਰਾ ਜਾ ਕੇ ਛੁੱਟੀਆਂ ਮਨਾਉਣ ਦੀ ਹੈ, ਤੁਹਾਨੂੰ ਉਸ ਦੀ ਖਿਆਲ ਵਿੱਚ ਤਸਵੀਰ ਬਣਾਉਣੀ ਪਵੇਗੀ। ਆਪਣੇ ਆਪ ਨੂੰ ਇਹ ਕਰਦੇ ਹੋਏ ਦੇਖੋ। ਤੁਹਾਨੂੰ ਇਹ ਕਹਿਣ ਲਈ ਆਪਣੇ ਮਨ ਨੂੰ ਸਿਖਲਾਈ ਦੇਣ ਦੀ ਲੋੜ ਹੈ, ਮੈਂ ਉੱਥੇ ਹਾਂ। ਨਿਸ਼ਚਿਤ ਸੋਚ ਬਣਾਓ। ਬਸ ਇਹ ਕਹਿ ਕੇ ਨਹੀਂ ਸਰਨਾ, ਮੈਂ ਛੁੱਟੀਆਂ ਮਨਾਉਣ ਜਾਣਾ ਚਾਹੁੰਦਾ ਹਾਂ। ਸਪਸ਼ਟ ਹੋਵੋ ਅਤੇ ਇਸ ਦੀ ਕਲਪਨਾ ਕਰੋ। ਬਾਕੀ ਦਾ ਹਿਸਾਬ ਕਿਤਾਬ ਤੁਹਾਡਾ ਦਿਮਾਗ ਅਤੇ ਅਵਚੇਤਨ ਲਾ ਲੈਣਗੇ। ਜਿੰਨਾ ਤੁਸੀਂ ਇਸ ਨੂੰ ਕਰਦੇ ਹੋ, ਉਹੀ ਇਸ ਦੀ ਆਦਤ ਬਣਦੀ ਜਾਂਦੀ ਹੈ। ਇਹ ਤੁਸੀਂ ਇੱਕ ਨਵੀਂ ਮਾਸਪੇਸ਼ੀ ਬਣਾ ਰਹੇ ਹੋ। ਹੋਂਦ ਦਾ ਨਵਾਂ ਤਰੀਕਾ। ਤੁਹਾਡਾ ਦਿਮਾਗ ਜਿੰਨਾ ਜ਼ਿਆਦਾ ਸਪਸ਼ਟ ਤੌਰ 'ਤੇ ਸੋਚਦਾ ਹੈ, ਤੁਸੀਂ ਉਨਾ ਹੀ ਰਚਨਾਤਮਕ ਹੋ ਜਾਵੋਗੇ। ਜਦੋਂ ਡਰ ਤੁਹਾਡੇ ਅੰਦਰ ਪੈਰ ਪਸਾਰਦਾ ਹੈ ਤਾਂ ਦਲੇਰੀ ਨਾਲ ਛੜੱਪਾ ਮਾਰ ਕੇ ਅੱਗੇ ਵਧੋ। ਉਸ ਤੋਂ ਵਧੇਰੇ ਜਿੰਨਾ ਤੁਹਾਡੀ ਸੋਚ ਅਨੁਸਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇੰਨਾ ਕੇਂਦਰਿਤ ਅਤੇ ਇਕਾਗਰ ਰਹੋ ਕਿ ਡਰ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ। ਨਾਕਾਮ ਹੋਣਾ ਅਸੰਭਵ ਹੈ। ਕਲਪਨਾ ਕਰੋ ਕਿ ਨਾਕਾਮ ਹੋਣਾ ਅਸੰਭਵ ਹੈ। ਜਦੋਂ ਵੀ ਕੋਈ ਮੇਰੇ ਕਾਰੋਬਾਰ 'ਚ ਸ਼ਾਮਲ ਹੁੰਦਾ ਹੈ, ਮੈਂ ਉਸ ਨੂੰ ਪੁੱਛਦਾ ਹਾਂ, ਜੇ ਮੈਂ ਤੁਹਾਡੀ ਸਫਲਤਾ ਦੀ ਜਾਮਨੀ ਲੈ ਸਕਦਾ ਹਾਂ, ਕੀ ਤੁਸੀਂ ਉਹ ਕਰਨ ਲਈ ਤਿਆਰ ਹੋ ਜੋ ਵੀ ਇਸ ਦੀ ਜ਼ਰੂਰਤ ਹੈ? ਅਤੇ ਫਿਰ ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਉਹਨਾਂ ਦੇ ਨਿਸ਼ਾਨੇ ਕੀ ਹਨ। ਕੀ ਤੁਸੀਂ ਕੰਮ ਕਰਨ ਲਈ ਵਚਨਬੱਧ ਹੋਵੋਗੇ? ਜੇ ਤੁਹਾਡੇ ਕੋਲ ਸਪਸ਼ਟ ਯੋਜਨਾ ਹੈ ਤਾਂ ਕੁਝ ਵੀ ਅਸੰਭਵ ਨਹੀਂ ਹੈ। ਜ਼ਿੰਦਗੀ 'ਚੋਂ ਕੁਝ ਵੀ ਅਸੰਭਵ ਨਹੀਂ ਹੈ। ਸੁਪਰ ਨਿਸ਼ਚਿਤ ਬਣੋ। ਜਦੋਂ ਤੁਸੀਂ ਇਹ ਜਾਣਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ, ਫਿਰ ਤੁਹਾਨੂੰ ਇਹ ਵੀ ਜਾਣਨਾ ਹੋਵੇਗਾ ਕਿ ਤੁਸੀਂ ਉਸ ਨੂੰ ਕਿਵੇਂ ਪ੍ਰਾਪਤ ਕਰਨ ਜਾ ਰਹੇ ਹੋ। ਜਿਵੇਂ ਇੱਕ ਅਸਪਸ਼ਟ ਸੋਚ ਕਦੇ ਵੀ ਸਫਲਤਾ ਵੱਲ ਨਹੀਂ ਲੈ ਜਾਂਦੀ। ਤੁਸੀਂ ਆਪਣੇ ਸੁਪਨੇ ਕਿਵੇਂ ਪੂਰੇ ਕਰੋਗੇ, ਉਸ ਦੀ ਧੁੰਦਲੀ ਸੋਚ ਦਾ ਹਸ਼ਰ ਵੀ ਇਹੀ ਹੋਵੇਗਾ। ਸਫਲਤਾ ਸੁਪਰ ਸਪੈਸੀਫਿਕ ਯੁੱਧ ਨੀਤੀ ਨਾਲ ਮਿਲੇਗੀ। ਇਸ ਤੋਂ ਘੱਟ ਨਾਲ ਤਰੱਕੀ ਦਾ ਆਨੰਦ ਲੈਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੋ ਜਾਵੇਗਾ। ਜੇ ਤੁਸੀਂ ਵੈਨਕੂਵਰ ਤੋਂ ਸਿਐਟਲ ਨੂੰ ਜਾਣਾ ਹੈ ਤਾਂ ਤੁਸੀਂ ਰੂਟ ਦਾ ਸਹੀ ਨਕਸ਼ਾ ਬਣਾਓਗੇ। ਕਿਹੜਾ ਹਾਈਵੇ ਲੈਣਾ ਹੈ, ਕਿਹੜੀ ਐਗਜ਼ਿਟ ਲੈਣੀ ਹੈ ਅਤੇ ਤੁਹਾਡੀ ਅੰਤਿਮ ਮੰਜ਼ਿਲ ਕਿੱਥੇ ਹੈ। ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਫਿਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਉੱਥੇ ਪਹੁੰਚਣ ਦੀ ਦਿਸ਼ਾ 'ਚ ਲਾਉਣਾ ਪਵੇਗਾ। ਇਹ ਚੰਗੀ ਗੱਲ ਹੈ ਕਿ ਤੁਹਾਡੇ ਸੁਪਨੇ ਤੁਹਾਨੂੰ ਥੋੜ੍ਹਾ ਡਰਾਉਂਦੇ ਹਨ, ਕਿਉਂਕਿ ਤੁਸੀਂ ਆਪਣੇ ਸੁੱਖ ਆਰਾਮ 'ਚੋਂ ਬਾਹਰ ਨਿਕਲ ਰਹੇ ਹੋ। ਆਪਣੀ ਤਰੱਕੀ ਨੂੰ ਟਰੈਕ ਕਰਦੇ ਰਹੋ, ਕਿਉਂਕਿ ਇਹ ਤੁਹਾਡੀ ਤਾਕਤ, ਤੁਹਾਡੇ ਸਵੈ ਵਿਸ਼ਵਾਸ ਨੂੰ ਵਧਾਉਂਦਾ ਹੈ
ਅਤੇ ਫਿਰ ਆਪਣੇ ਆਪ ਨੂੰ ਹੋਰ ਵੀ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰੋ। ਠੁਕਰਾਏ ਜਾਣ ਦੇ ਡਰ 'ਚੋਂ ਨਾ ਜੀਓ। ਆਪਣੀਆਂ ਇੱਛਾਵਾਂ ਦੀ ਉਡੀਕ ਨਾ ਕਰੋ, ਉਹਨਾਂ ਤੋਂ ਮਦਦ ਮੰਗੋ, ਉਹਨਾਂ ਤੱਕ ਪਹੁੰਚੋ। ਨਿੱਕੀ ਤੋਂ ਨਿੱਕੀ ਡਿਟੇਲ ਵਿੱਚ ਜਾ ਕੇ ਇਹ ਜਾਣੋ ਕਿ ਤੁਸੀਂ ਕੀ ਚਾਹੁੰਦੇ ਹੋ। ਜਦੋਂ ਇੱਕ ਵਾਰ ਤੁਹਾਡੀ ਯੋਜਨਾ ਸਪਸ਼ਟ ਹੋ ਜਾਂਦੀ ਹੈ ਤਾਂ ਤੁਹਾਡਾ ਅੰਦਰਲਾ ਸ਼ੱਕ ਆਪਣੇ ਆਪ ਦੂਰ ਹੋ ਜਾਵੇਗਾ, ਕਿਉਂਕਿ ਫਿਰ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ABC ਕਰਦੇ ਹੋ, ਤੁਸੀਂ XYZ ਨੂੰ ਪ੍ਰਾਪਤ ਕਰ ਲਵੋਗੇ। ਆਪਣੀ ਕਿਉਂ ਨਾਲ ਜੁੜੋ। ਜਦੋਂ ਤੁਸੀਂ ਇੱਕ ਚੀਜ਼ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੇ ਮਨੋਰਥ ਨਾਲ ਇਕਸੁਰ ਜਜ਼ਬੇ ਆਪਣੇ ਆਪ ਤੁਹਾਡੇ ਵੱਲ ਖਿੱਚੇ ਆਉਣਗੇ। ਤੁਹਾਡਾ ਮੇਲ ਸਹੀ ਲੋਕਾਂ ਨਾਲ ਹੋਵੇਗਾ ਅਤੇ ਤੁਹਾਡੀ ਸਹੀ ਜਾਣ ਪਛਾਣ ਹੋਵੇਗੀ। ਤੁਹਾਡੀ ਸੋਚ ਅਨੁਸਾਰ ਜੋ ਵੀ ਸੰਭਵ ਹੈ ਉਸ ਤੋਂ ਵੱਡੇ ਸੁਪਨੇ ਲਓ। ਜੇ ਤੁਸੀਂ ਡਰਦੇ ਹੋ, ਇਸ ਦਾ ਮਤਲਬ ਹੈ ਤੁਸੀਂ ਵਿਕਾਸ ਅਤੇ ਖੋਜ ਦੇ ਰਾਹ ਉੱਪਰ ਹੋ। ਅਮਲ ਯਾਨੀ ਕਿ ਐਕਸ਼ਨ ਸਫਲਤਾ ਦਾ ਮਹੱਤਵਪੂਰਨ ਕਾਰਕ। ਅੱਜ ਕੱਲ੍ਹ ਸੰਸਥਾਵਾਂ ਅਤੇ ਵਿਅਕਤੀ ਆਪਣੀਆਂ ਉਮੀਦਾਂ ਪੂਰੀਆਂ ਕਰਨ ਅਤੇ ਆਪਣੇ ਵਿਸ਼ਵਾਸਾਂ ਨੂੰ ਲਾਗੂ ਕਰਨ ਉੱਪਰ ਆਪਣੀਆਂ ਕੋਸ਼ਿਸ਼ਾਂ ਕੇਂਦਰ ਕਰਦੇ ਹਨ। ਦਰਅਸਲ ਸਫਲਤਾ ਦੀ ਪਰਿਭਾਸ਼ਾ ਹੈ ਆਪਣੇ ਵਿਸ਼ਵਾਸ ਨੂੰ ਲਾਗੂ ਕਰਨਾ। ਨਤੀਜੇ ਵਜੋਂ ਸਾਡੇ ਸਫਲ ਹੋਣ ਲਈ ਦੋ ਚੀਜ਼ਾਂ ਪੂਰੀਆਂ ਕਰਨ ਦੀ ਲੋੜ ਹੈ। ਪਹਿਲੀ, ਸਾਡਾ ਵਿਸ਼ਵਾਸ ਕੀ ਹੈ ਉਸ ਬਾਰੇ ਅਸੀਂ ਸਪਸ਼ਟ ਹੋਈਏ। ਦੂਜਾ, ਅਸੀਂ ਇਸ ਨੂੰ ਅਮਲ 'ਚ ਲਿਆਈਏ। ਅਸੀਂ ਇਹਨਾਂ ਦੋ ਖੇਤਰਾਂ ਦਾ ਰਿਵਿਊ ਕਰਾਂਗੇ ਅਤੇ ਜੋ ਤੁਸੀਂ ਚਾਹੁੰਦੇ ਹੋ ਉਸ ਨੂੰ ਅਮਲ 'ਚ ਲਿਆਉਣ ਲਈ ਇੱਕ ਵਿਹਾਰਿਕ ਯਾਨੀ ਕਿ ਪ੍ਰੈਕਟੀਕਲ ਦਸਤਾਵੇਜ਼ ਮੁਹੱਈਆ ਕਰਾਂਗੇ ਜੋ ਤੁਹਾਡੀ ਜ਼ਿੰਦਗੀ 'ਚੋਂ ਕਿਸੇ ਵੀ ਤਬਦੀਲੀ ਲਈ ਕੰਮ ਕਰਨ 'ਚ ਤੁਹਾਡੀ ਮਦਦ ਕਰੇਗਾ, ਚਾਹੇ ਇਹ ਪਰਸਨਲ, ਪ੍ਰੋਫੈਸ਼ਨਲ ਜਾਂ ਫਾਈਨੈਂਸ਼ੀਅਲ ਕੋਈ ਵੀ ਹੋਵੇ। ਤਾਂ ਫਿਰ ਵਿਸ਼ਵਾਸ ਤੋਂ ਮੇਰਾ ਭਾਵ ਕੀ ਹੈ? ਸਾਡੇ ਹਰ ਵਤੀਰੇ ਦੀ ਚਾਲਕ ਸ਼ਕਤੀ ਵਿਸ਼ਵਾਸ ਹੈ। ਇੱਕ ਵਿਸ਼ਵਾਸ ਇੱਕ ਬੁਨਿਆਦ ਮੁੱਲ ਹੋ ਸਕਦਾ ਹੈ, ਜਿਵੇਂ ਦਿਆਨਤਦਾਰੀ, ਇਮਾਨਦਾਰੀ ਜਾਂ ਵਿਕਾਸ। ਵਿਸ਼ਵਾਸ ਇੱਕ ਇੱਛਾ ਵੀ ਹੋ ਸਕਦਾ ਹੈ, ਐਸੀ ਕੋਈ ਚੀਜ਼ ਜਿਸ ਦੀ ਖਾਤਰ ਅਸੀਂ ਵਿਰੋਧ ਦੇ ਬਾਵਜੂਦ ਭਾਵ ਆਪਣੀ ਅਸਲ ਸੰਭਾਵਨਾ ਨੂੰ ਪਰਿਵਰਤਿਤ ਕਰਦੇ ਹੋਏ ਕੰਮ ਕਰਨ ਲਈ ਤਿਆਰ ਹਾਂ। ਦਰਅਸਲ ਵਤੀਰਾ ਅਮਲ 'ਚ ਲਿਆਂਦਾ ਗਿਆ ਵਿਸ਼ਵਾਸ ਹੈ। ਹਰ ਵਤੀਰੇ ਦੇ ਪਿੱਛੇ ਵਿਸ਼ਵਾਸ ਹੁੰਦਾ ਹੈ ਜੋ ਇਸ ਦਾ ਸੰਚਾਲਨ ਕਰਦਾ ਹੈ। ਇਸ ਲਈ ਆਪਣੇ ਵਿਸ਼ਵਾਸਾਂ ਬਾਰੇ ਸਪਸ਼ਟ ਹੋਣਾ ਉਸ ਨੂੰ ਅਮਲ 'ਚ ਲਿਆਉਣ ਦੀ ਦਿਸ਼ਾ 'ਚ ਪਹਿਲਾ ਕਦਮ ਹੈ ਜੋ ਅਸੀਂ ਚਾਹੁੰਦੇ ਹਾਂ। ਜ਼ਿਆਦਾਤਰ ਵਿਅਕਤੀ ਤਿੰਨ ਗੱਲਾਂ ਕਰਕੇ ਉਹ ਹਾਸਲ ਨਹੀਂ ਕਰ ਪਾਉਂਦੇ ਜੋ ਉਹ ਚਾਹ ਰਹੇ ਹੁੰਦੇ ਹਨ। ਨੰਬਰ 1, ਇੱਛਾ ਜਾਂ ਵਿਸ਼ਵਾਸ ਸਪਸ਼ਟ ਨਹੀਂ ਹੈ। ਨੰਬਰ 2, ਇੱਛਾ ਜਾਂ ਵਿਸ਼ਵਾਸ ਅਰਥਪੂਰਨ ਨਹੀਂ ਹੈ। ਨੰਬਰ 3, ਇੱਛਾ ਜਾਂ ਵਿਸ਼ਵਾਸ ਪ੍ਰਾਪਤੀਯੋਗ ਨਹੀਂ ਹੈ। ਅਮਲ ਤਾਂ ਹੀ ਹੋਵੇਗਾ ਜੇ ਅਸੀਂ ਕਿਸੇ ਚੀਜ਼ ਵਿੱਚ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਾਂ ਜੋ ਸਾਨੂੰ ਐਸਾ ਕਰਨ ਲਈ ਪ੍ਰੇਰਿਤ ਕਰੇਗਾ। ਇਹ ਨੋਟ ਕਰਨਾ ਦਿਲਚਸਪ ਹੈ ਕਿ ਲੋਕ ਸੰਕਟ ਨਾਲ ਨਹੀਂ ਬਦਲਦੇ। ਮਿਸਾਲ ਵਜੋਂ ਜਿਨ੍ਹਾਂ ਮਰੀਜ਼ਾਂ ਦੀ ਦਿਲ ਦੀ ਬਾਈਪਾਸ ਸਰਜਰੀ ਹੋਈ ਹੁੰਦੀ ਹੈ, ਉਹਨਾਂ ਵਿੱਚੋਂ 90% ਆਪਣੇ ਡਾਕਟਰ ਵੱਲੋਂ ਦੱਸੀਆਂ ਤਬਦੀਲੀਆਂ ਨੂੰ ਲਾਗੂ ਨਹੀਂ ਕਰਦੇ। ਜੋ ਅਸੀਂ ਵਿਸ਼ਵਾਸ ਕਰਦੇ ਹਾਂ ਉਸ ਵਿੱਚ ਤਬਦੀਲੀਆਂ ਅਤੇ ਅਮਲ ਸਾਡੀਆਂ ਭਾਵਨਾਵਾਂ ਦੁਆਰਾ ਆਉਂਦੇ ਹਨ, ਸਾਡੀ ਸੋਚ ਪ੍ਰਕਿਰਿਆ ਨਾਲ ਨਹੀਂ। ਵਿਸ਼ਵਾਸ ਉਹ ਚੀਜ਼ ਨਹੀਂ ਹੁੰਦੀ ਜੋ ਤੁਸੀਂ ਸੋਚਦੇ ਹੋ, ਇਹ ਉਹ ਭਾਵਨਾ ਹੈ ਜੋ ਤੁਸੀਂ ਚਾਹੁੰਦੇ ਹੋ। ਸਾਡੇ 'ਚੋਂ ਜ਼ਿਆਦਾਤਰ ਇਹਨਾਂ ਇੱਛਾਵਾਂ ਬਾਰੇ ਸਪਸ਼ਟ ਨਹੀਂ ਹੁੰਦੇ, ਇਸ ਲਈ ਅਸੀਂ ਉਹ ਚੀਜ਼ਾਂ ਕਰਨ 'ਚ ਨਾਕਾਮ ਰਹਿੰਦੇ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਹੁੰਦੀ ਹੈ, ਜਾਂ ਉਹ ਬਦਲ ਤਿਆਰ ਕਰਨ ਵਿੱਚ ਨਾਕਾਮ ਹੋ ਜਾਂਦੇ ਹਾਂ ਜੋ ਇੱਛਾਵਾਂ ਨੂੰ ਸਾਕਾਰ ਕਰਨ 'ਚ ਸਹਾਇਤਾ ਕਰਦੇ ਹਨ। ਇਹਨਾਂ ਸਿਧਾਂਤਾਂ ਨੂੰ ਸਮਝਣ ਦੇ ਨਤੀਜੇ ਵਜੋਂ ਸਲਾਹਕਾਰ ਜੋ ਉਹ ਚਾਹੁੰਦੇ ਹਨ ਦੇ ਅਮਲ 'ਚ ਲਿਆਉਣ 'ਚ ਮਦਦ ਕਰਨ ਲਈ ਹੇਠ ਲਿਖੀਆਂ ਵਰਕਸ਼ੀਟਾਂ ਤਿਆਰ ਕੀਤੀਆਂ ਗਈਆਂ ਹਨ। CMAMA ਪ੍ਰਕਿਰਿਆ ਦੀ ਗੁੱਲੀ ਹੈ। ਇਹ ਇਰਾਦਿਆਂ ਨੂੰ ਅਮਲ ਨਾਲ ਸੁਮੇਲਣ ਦਾ ਸਾਧਨ ਹੈ ਅਤੇ ਇਹ ਆਪਸੀ ਉਮੀਦਾਂ ਨੂੰ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ, ਚਾਹੇ ਇਹ ਤੁਹਾਡੇ ਨਿੱਜੀ ਨਿਸ਼ਾਨੇ ਮਿੱਥਣ ਲਈ ਹੋਵੇ ਜਾਂ ਆਪਣੇ ਇੱਕ ਗਾਹਕ ਨਾਲ ਕੰਮ ਕਰਨ ਲਈ। CMAMA ਦਾ ਭਾਵ ਕੀ ਹੈ? C ਦਾ ਮਤਲਬ ਹੈ ਕਲੀਅਰਲੀ ਸਟੇਟਡ, ਸਪਸ਼ਟ ਤੌਰ 'ਤੇ ਕਿਹਾ ਗਿਆ। M ਦਾ ਮਤਲਬ ਹੈ ਮੀਨਿੰਗਫੁਲ, ਅਰਥਪੂਰਨ ਹੋਵੇ। A ਦਾ ਮਤਲਬ ਅਚੀਵੇਬਲ, ਜੋ ਹਾਸਲ ਕੀਤਾ ਜਾ ਸਕੇ। M ਦਾ ਮਤਲਬ ਮੀਅਰੇਬਲ, ਜੋ ਮਾਪਿਆ ਜਾ ਸਕੇ। A ਦਾ ਮਤਲਬ ਐਗਰੀਡ ਅਪਨ, ਜਿਸ ਉੱਪਰ ਸਹਿਮਤੀ ਹੈ। ਸਪਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਮੈਂ ਉਸ ਤਬਦੀਲੀ ਬਾਰੇ ਸਪਸ਼ਟ ਹਾਂ ਜੋ ਮੈਂ ਲਿਆਉਣੀ ਚਾਹੁੰਦਾ ਹਾਂ। ਇਹ ਹੈ ਤਬਦੀਲੀ ਕੀ ਹੈ, ਅਤੇ ਜਦੋਂ ਤਬਦੀਲੀ ਮੁਕੰਮਲ ਹੋ ਜਾਂਦੀ ਹੈ
ਤਾਂ ਸਥਿਤੀ ਕਿਵੇਂ ਦਿਖਾਈ ਦਿੰਦੀ ਹੈ? ਅਰਥਪੂਰਨ ਇਹ ਤਬਦੀਲੀ ਭਾਵਨਾਤਮਕ ਅਤੇ ਬੌਧਿਕ ਮੈਂ ਕਿਉਂ ਲਿਆਉਣੀ ਚਾਹੁੰਦਾ ਹਾਂ? ਇਸ ਵਿੱਚ ਮੇਰੇ ਲਈ ਕੀ ਹੈ? ਇਹ ਮੇਰੇ ਲਈ ਮਹੱਤਵਪੂਰਨ ਕਿਉਂ ਹੈ? ਜੇ ਮੈਂ ਇਸ ਨੂੰ ਪ੍ਰਭਾਵਸ਼ਾਲੀ ਰੂਪ 'ਚ ਅਮਲ 'ਚ ਲਿਆਉਂਦਾ ਹਾਂ ਤਾਂ ਮੇਰੀ ਸੋਚ ਅਨੁਸਾਰ ਇਸ ਦੇ ਕੀ ਲਾਭ ਹੋਣਗੇ? ਜਦੋਂ ਤਬਦੀਲੀ ਅਮਲ 'ਚ ਆ ਜਾਂਦੀ ਹੈ ਤਾਂ ਮੈਨੂੰ ਕਿਵੇਂ ਮਹਿਸੂਸ ਹੋਵੇਗਾ? ਪ੍ਰਾਪਤੀਯੋਗ ਇਸ ਨੂੰ ਅੰਜਾਮ ਦੇਣ 'ਚ ਮੈਨੂੰ ਕਿਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ? ਲੋਕ ਤਬਦੀਲੀਆਂ ਲਿਆਉਣ 'ਚ ਨਾਕਾਮਯਾਬ ਕਿਉਂ ਹੁੰਦੇ ਹਨ? ਇਸ ਦੇ ਦੋ ਕਾਰਨ ਹਨ। ਪਹਿਲਾ ਕਾਰਨ ਹੈ ਆਪਣੇ ਬੀਤੇ ਤੋਂ ਖਹਿੜਾ ਛੁਡਾਉਣ ਦੀ ਨਾਕਾਬਲੀਅਤ। ਨੰਬਰ 2 ਹੈ ਆਪਣਾ ਭਵਿੱਖ ਬਣਾਉਣ ਦੀ ਨਾਕਾਬਲੀਅਤ। ਤਬਦੀਲੀ ਅਮਲ 'ਚ ਲਿਆਉਣ ਲਈ ਮੈਨੂੰ ਵੱਖਰੇ ਤਰੀਕੇ ਨਾਲ ਕੀ ਕਰਨ ਦੀ ਲੋੜ ਪਵੇਗੀ? ਜਾਰੀ ਰੱਖਣਾ, ਰੁਕਣਾ, ਸ਼ੁਰੂ ਕਰਨਾ। ਨੁਕਸਾਨ ਨਾਲ ਨਜਿੱਠਣਾ ਸਾਰੀਆਂ ਤਬਦੀਲੀਆਂ 'ਚੋਂ ਨੁਕਸਾਨ ਹੁੰਦਾ ਹੈ। ਨੁਕਸਾਨ 'ਚੋਂ ਦੁਖੀ ਹੋਣਾ ਅਤੇ ਉਹ ਇਸ ਨੂੰ ਛੱਡ ਦੇਣਾ ਸ਼ਾਮਲ ਹੈ। ਜੇ ਨੁਕਸਾਨਾਂ ਦੀ ਗੱਲ ਸਾਫ਼ ਨਹੀਂ ਕੀਤੀ ਜਾਂਦੀ ਅਤੇ ਇਹਨਾਂ ਨਾਲ ਨਜਿੱਠਿਆ ਨਹੀਂ ਜਾਂਦਾ ਤਾਂ ਤਬਦੀਲੀ ਅਕਸਰ ਹੀ ਬੇਕਾਰ ਹੋ ਜਾਵੇਗੀ। ਖਾਸੀਅਤਾਂ ਅਨੁਸਾਰ ਨੁਕਸਾਨਾਂ ਦੀਆਂ 6 ਸ਼੍ਰੇਣੀਆਂ ਹਨ। ਉਸ ਸ਼੍ਰੇਣੀ ਦੇ ਹੇਠਾਂ ਆਪਣੇ ਵਿਚਾਰ ਲਿਖ ਲਓ ਜੋ ਤੁਹਾਡੇ ਵੱਲੋਂ ਸੋਚੀ ਜਾ ਰਹੀ ਤਬਦੀਲੀ ਉੱਪਰ ਲਾਗੂ ਹੋ ਸਕਦੇ ਹਨ। ਨੰਬਰ 1 ਲਗਾਓ ਦਾ ਨੁਕਸਾਨ, ਟਰਫ ਦਾ ਨੁਕਸਾਨ, ਢਾਂਚੇ ਦਾ ਨੁਕਸਾਨ, ਭਵਿੱਖ ਦਾ ਨੁਕਸਾਨ, ਉਦੇਸ਼ ਦਾ ਨੁਕਸਾਨ, ਕੰਟਰੋਲ ਨਾ ਰਹਿਣਾ। ਹੋਰ ਚੁਣੌਤੀਆਂ ਅਤੇ ਖਤਰੇ ਮੇਰੀ ਦੁਨੀਆ 'ਚ ਹੋਰ ਕੀ ਹੋ ਰਿਹਾ ਹੈ ਜੋ ਇਸ ਤਬਦੀਲੀ ਦੇ ਅਮਲ 'ਚ ਆਉਣ ਲਈ ਖਤਰਾ ਬਣ ਸਕਦਾ ਹੈ? ਸਹਿਮਤੀ ਇਹ ਤਬਦੀਲੀ ਦੇ ਪ੍ਰਭਾਵੀ ਹੋਣ ਲਈ ਹੋਰ ਕੌਣ ਪ੍ਰਭਾਵਿਤ ਹੋਵੇਗਾ ਜਾਂ ਜਿਸ ਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ ਹੈ? ਅੱਗੇ ਵਧਣ ਲਈ ਮੈਂ ਉਹਨਾਂ ਦੀ ਸਹਿਮਤੀ ਕਿਵੇਂ ਲਵਾਂਗਾ? ਇਸ ਨੂੰ ਹੋਰ ਕਿਹੜੇ ਸਾਧਨਾਂ ਜਾਂ ਸਹਾਇਤਾ ਦੀ ਲੋੜ ਹੋਵੇਗੀ? ਮਾਪਨਯੋਗ ਜਾਂ ਮੀਅਰੇਬਲ ਮੈਂ ਕਿਵੇਂ ਮੁਲਾਂਕਣ ਕਰਾਂਗਾ ਕਿ ਤਬਦੀਲੀ ਹੋ ਰਹੀ ਹੈ? ਕਿਹੜੇ ਥੋੜ੍ਹੇ ਚਿਰੇ ਉਪਾਅ ਮੈਨੂੰ ਇਹ ਦੱਸਣ 'ਚ ਮਦਦ ਕਰਨਗੇ ਕਿ ਮੈਂ ਤਬਦੀਲੀ ਨੂੰ ਅਮਲ 'ਚ ਲਿਆਉਣ 'ਚ ਤਰੱਕੀ ਕਰ ਰਿਹਾ ਹਾਂ? ਜਾਂ ਕਿਹੜੇ ਦੂਰਗਾਮੀ ਉਪਾਅ ਮੈਨੂੰ ਇਹ ਦੱਸਣਗੇ ਕਿ ਤਬਦੀਲੀ ਪ੍ਰਭਾਵੀ ਹੋ ਰਹੀ ਹੈ? ਰੋਜ਼ਮਰਾ ਆਦਤਾਂ ਬਣਾਓ। ਮੈਂ ਰੋਜ਼ਾਨਾ ਸਵੇਰੇ 7 ਵਜੇ ਉੱਠਦਾ ਹਾਂ ਅਤੇ 8:30 ਵਜੇ ਦਫ਼ਤਰ ਵਿੱਚ ਹੁੰਦਾ ਹਾਂ। ਮੈਂ ਸਲਾਹ ਦਿੰਦਾ ਹਾਂ ਕਿ ਆਪਣੀ ਸਮਾਂ ਸੂਚੀ ਬਣਾਓ ਅਤੇ ਆਪਣੀ ਜ਼ਿੰਦਗੀ ਨੂੰ ਵਧੇਰੇ ਅਨੁਸ਼ਾਸਿਤ ਅਤੇ ਸਿਲਸਿਲੇਵਾਰ ਬਣਾਓ। ਮੈਂ ਆਪਣੇ ਦਿੱਤੇ ਸਮੇਂ 'ਤੇ ਕਦੇ ਲੇਟ ਨਹੀਂ ਹੁੰਦਾ। ਮੈਂ ਹਮੇਸ਼ਾ 5 ਜਾਂ 10 ਮਿੰਟ ਪਹਿਲਾਂ ਪਹੁੰਚ ਜਾਂਦਾ ਹਾਂ। ਇਹ ਤਰਜੀਹ ਦੇਣ ਦੀ ਗੱਲ ਹੈ। ਜਦੋਂ ਤੁਸੀਂ ਮੀਟਿੰਗ ਲਈ ਪਹਿਲਾਂ ਪਹੁੰਚ ਜਾਂਦੇ ਹੋ ਤਾਂ ਤੁਸੀਂ ਦੂਸਰੇ ਵਿਅਕਤੀ ਦਾ ਸਤਿਕਾਰ ਕਰ ਰਹੇ ਹੁੰਦੇ ਹੋ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਜ ਅਨੁਸ਼ਾਸਿਤ ਕਰ ਲੈਂਦੇ ਹੋ ਤਾਂ ਭਲਕ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਵਧੇਰੇ ਆਨੰਦ ਮਾਣੋਗੇ। ਇਹ ਤੈਅ ਕਰੋ ਕਿ ਤੁਸੀਂ ਕਿਸ ਤਰ੍ਹਾਂ ਦਾ ਵਿਅਕਤੀ ਬਣਨਾ ਚਾਹੁੰਦੇ ਹੋ। ਫਿਰ ਬਾਹਰ ਜਾਓ ਅਤੇ ਗੁਰੂ ਲੱਭੋ, ਐਸਾ ਕੋਈ ਵਿਅਕਤੀ ਜੋ ਤੁਹਾਨੂੰ ਪ੍ਰੇਰਿਤ ਕਰਦਾ ਹੋਵੇ ਅਤੇ ਤੁਹਾਨੂੰ ਲੀਹ 'ਤੇ ਰੱਖਣ 'ਚ ਮਦਦ ਕਰਦਾ ਹੋਵੇ। ਸੇਵਾ ਭਾਵਨਾ ਵਾਲੀ ਮਾਨਸਿਕਤਾ ਬਣਾਓ। ਜਦੋਂ ਤੁਸੀਂ ਪ੍ਰਾਪਤ ਕਰਨ ਦੀ ਬਜਾਏ ਦੇਣ ਦੇ ਆਧਾਰ 'ਤੇ ਜ਼ਿੰਦਗੀ ਜਿਉਂਦੇ ਹੋ ਤਾਂ ਇਹ ਸਰਵ ਵਿਆਪਕ ਨੇਮ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਭਰਪੂਰਤਾ ਵਾਲੀ ਮਹਿਸੂਸ ਹੋਵੇਗੀ। ਜਦੋਂ ਤੁਸੀਂ ਆਪਣੀਆਂ ਦਾਤਾਂ ਅਤੇ ਪ੍ਰਤਿਭਾ ਦੁਨੀਆ ਨਾਲ ਸਾਂਝੀਆਂ ਕਰਦੇ ਹੋ ਤਾਂ ਤੁਸੀਂ ਸੇਵਾ ਕਰ ਰਹੇ ਹੋ। ਸਵੈ ਅਨੁਸ਼ਾਸਨ ਆਲਸ, ਕਮਜ਼ੋਰੀ, ਡਰ ਅਤੇ ਸ਼ੱਕ ਤੋਂ ਮੁਕਤੀ ਹੈ। ਆਪਣੀ ਤਰੱਕੀ ਦਾ ਜਾਇਜ਼ਾ ਲੈਂਦੇ ਰਹੋ। ਜਦੋਂ ਤੁਸੀਂ ਆਪਣੀ ਇੱਛਾ ਨੂੰ ਟੁਕੜਿਆਂ ਵਿੱਚ ਥਾਂ ਦੇਣੀ ਸ਼ੁਰੂ ਕਰਦੇ ਹੋ, ਇਸ ਦੌਰਾਨ ਆਪਣੀ ਤਰੱਕੀ ਦਾ ਜਾਇਜ਼ਾ ਲੈਂਦੇ ਰਹਿਣਾ ਯਕੀਨੀ ਬਣਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਪਣਾ ਟੀਚਾ ਪ੍ਰਾਪਤ ਕਰਨ ਲਈ ਪ੍ਰੇਰਿਤ ਰਹਿਣ 'ਚ ਮਦਦ ਮਿਲੇਗੀ ਕਿਉਂਕਿ ਤੁਸੀਂ ਦੇਖਦੇ ਹੋ ਕਿ ਤਰੱਕੀ ਸੱਚਮੁੱਚ ਹੋ ਰਹੀ ਹੈ। ਤੁਸੀਂ ਉਹਨਾਂ ਪਰੇਸ਼ਾਨੀ ਬਣਨ ਵਾਲੇ ਖੇਤਰਾਂ ਨੂੰ ਪਛਾਣਨ ਦੇ ਵੀ ਯੋਗ ਹੋਵੋਗੇ ਜਿਨ੍ਹਾਂ ਵੱਲ ਵਧੇਰੇ ਧਿਆਨ ਦੇਣ ਜਾਂ ਸਫਲ ਤਰੀਕੇ ਅਪਣਾਉਣ ਦੀ ਵਧੇਰੇ ਲੋੜ ਹੈ ਜੋ ਟੀਚੇ ਦੇ ਹੋਰ ਪਹਿਲੂਆਂ ਤੱਕ ਫੈਲ ਸਕਦਾ ਹੈ। ਆਪਣੇ ਸੁਪਨਿਆਂ ਦਾ ਜਾਇਜ਼ਾ ਲੈਂਦੇ ਰਹਿਣਾ ਅਤੇ ਨਿਰੀਖਣ ਕਰਦੇ ਰਹਿਣਾ ਮਹੱਤਵਪੂਰਨ ਹੈ। ਤੁਹਾਨੂੰ ਇਹ ਦੇਖਣ ਲਈ ਲਗਾਤਾਰ ਨਜ਼ਰਸਾਨੀ ਕਰਨੀ ਪਵੇਗੀ ਕਿ ਤੁਹਾਡੀ ਘਾਟ ਕਿੱਥੇ ਹੈ ਅਤੇ ਜਿੰਨੀ ਛੇਤੀ ਤੁਸੀਂ ਰੁਕਾਵਟਾਂ ਅਤੇ ਮੁਸ਼ਕਲਾਂ ਨੂੰ ਪਛਾਣ ਲੈਂਦੇ ਹੋ ਉਨੀ ਜਲਦੀ ਤੁਸੀਂ ਹੱਲ ਕੱਢ ਸਕਦੇ ਹੋ। ਤੁਹਾਡੇ ਸੁਪਨਿਆਂ ਲਈ ਇੱਕ ਟਾਈਮਲਾਈਨ ਦੀ ਲੋੜ ਹੈ। ਸਿਰਫ ਸਮਾਂ ਹੱਦ ਹੀ ਨਹੀਂ ਸਗੋਂ ਸ਼ੁਰੂ ਕਰਨ ਦਾ ਸਮਾਂ ਵੀ। ਇਸ ਤੋਂ ਬਗੈਰ ਫਾਇਦੇਮੰਦ ਹੋਣ ਵਾਲੇ
ਅਤੇ ਪੂਰੇ ਹੋਣ ਵਾਲੇ ਟੀਚੇ ਵੀ ਚੇਤਿਆਂ 'ਚੋਂ ਵਿਸਰੇ ਰਹਿ ਸਕਦੇ ਹਨ ਜਦੋਂ ਤੱਕ ਉਹ ਮਹਿਜ਼ ਦੂਰ ਦੀਆਂ ਯਾਦਾਂ ਨਹੀਂ ਬਣ ਜਾਂਦੇ। ਤੁਸੀਂ ਆਪਣੇ ਸੁਪਨਿਆਂ ਲਈ ਕੰਮ ਕਰਨਾ ਕਦੋਂ ਸ਼ੁਰੂ ਕਰੋਗੇ? ਤੁਸੀਂ ਉਹਨਾਂ ਨੂੰ ਕਦੋਂ ਪ੍ਰਾਪਤ ਕਰੋਗੇ? ਤੁਹਾਡੀ ਟਾਈਮਲਾਈਨ ਲਾਜ਼ਮੀ ਸਪਸ਼ਟ ਹੋਣੀ ਚਾਹੀਦੀ ਹੈ। ਮੈਂ ਆਪਣੇ ਇੱਛਤ ਨਤੀਜੇ ਦੀ ਦਿਨ ਵਿੱਚ 3 ਜਾਂ 4 ਵਾਰ ਕਲਪਨਾ ਕਰਨੀ ਪਸੰਦ ਕਰਦਾ ਹਾਂ। ਹਰ ਇੱਕ ਕਦਮ ਨੂੰ ਮੁਕੰਮਲ ਕਰਨ ਲਈ ਇਸ ਨਾਲ ਟਾਈਮਲਾਈਨ ਜੋੜੋ ਅਤੇ ਇੰਜ ਤੁਸੀਂ ਦਿਨ ਦੇ ਅਖੀਰ 'ਚ ਆਪਣੀ ਪੂਰੀ ਸੰਭਾਵਨਾ ਨੂੰ ਪ੍ਰਾਪਤ ਕਰ ਲਵੋਗੇ। ਚਾਰਟ ਅਤੇ ਚੈੱਕਲਿਸਟਾਂ ਇਸ ਨੂੰ ਪੂਰਾ ਕਰਨ 'ਚ ਰਸਤਾ ਹਨ। ਚਾਰਟ ਵਾਧੇ ਦੇ ਟੀਚਿਆਂ ਦਾ ਜਾਇਜ਼ਾ ਲੈਣ ਦੇ ਸੰਪੂਰਨ ਸੰਦ ਹਨ, ਜਿਵੇਂ ਕਿ ਬਚਤਾਂ ਜਾਂ ਪੂੰਜੀ ਨਿਵੇਸ਼ ਯੋਜਨਾ। ਜੇ ਤੁਹਾਡੀ ਇੱਛਾ ਸੁਭਾਅ ਪੱਖੋਂ ਵਧੇਰੇ ਕ੍ਰਮਬੱਧ ਹੈ ਤਾਂ ਮੁਕੰਮਲ ਕਰਨ ਦੀ ਤਰੀਕ ਦੇ ਨਾਲ ਇਹਨਾਂ ਕਦਮਾਂ ਦੀ ਇੱਕ ਚੈੱਕਲਿਸਟ ਬਣਾ ਲਓ ਜੋ ਤੁਹਾਨੂੰ ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤੱਕ ਸਹੀ ਲੀਹ 'ਤੇ ਰੱਖੇਗੀ। ਤੁਹਾਡੀ ਕਾਰਗੁਜ਼ਾਰੀ ਕੀ ਹੈ? ਤੁਹਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ ਅਤੇ ਤੁਸੀਂ ਕਿੱਥੇ ਪਿਛੜੇ ਹੋਏ ਹੋ? ਇਹ ਦੇਖਣ ਲਈ ਤੁਸੀਂ ਇੱਕ ਸਾਦਾ ਜਿਹੇ ਐਕਸਲ ਪ੍ਰੋਗਰਾਮ ਦੀ ਵਰਤੋਂ ਕਰ ਸਕਦੇ ਹੋ। ਜਦੋਂ ਕਦੇ ਵੀ ਕੋਈ ਮੌਕਾ ਆ ਕੇ ਤੁਹਾਡਾ ਦਰਵਾਜ਼ਾ ਖੜਖੜਾਉਂਦਾ ਹੈ ਤਾਂ ਦੇਰੀ ਨਾ ਕਰੋ। ਮੌਕਾ ਸਾਂਭਣ ਲਈ ਹਰਕਤ 'ਚ ਆਓ। ਕਈ ਵਾਰ ਮੌਕਾ ਸਾਂਭਣ 'ਚ ਦੇਰੀ ਤੁਹਾਨੂੰ ਅੱਗੇ ਵਧਣ ਤੋਂ ਰੋਕ ਦਿੰਦੀ ਹੈ। ਆਪਣੇ ਆਪ ਨੂੰ ਇੱਕ ਸਵਾਲ ਪੁੱਛੋ, ਜੇ ਮੈਂ ਆਪਣਾ ਟੀਚਾ ਛੱਡ ਦੇਵਾਂ ਤਾਂ ਸਭ ਤੋਂ ਭੈੜੀ ਗੱਲ ਕੀ ਹੋਵੇਗੀ? ਜੇ ਤੁਸੀਂ ਕਾਮਯਾਬ ਨਹੀਂ ਹੁੰਦੇ ਤਾਂ ਕੀ ਵਾਪਰ ਸਕਦਾ ਹੈ? ਇਹ ਡਰ ਤੁਹਾਡੇ ਵੱਲੋਂ ਆਪਣੇ ਟੀਚੇ ਲਈ ਕੰਮ ਕਰਨ ਦਾ ਮੁੱਖ ਕਾਰਨ ਨਹੀਂ ਹੋਣਾ ਚਾਹੀਦਾ, ਪਰ ਸ਼ੁਰੂ ਕਰਨ 'ਚ ਤੁਹਾਡੀ ਮਦਦ ਕਰਨ ਲਈ ਇਹ ਵਧੀਆ ਸਾਧਨ ਹੈ। ਬਸ ਆਪਣੇ ਟੀਚਿਆਂ 'ਚੋਂ ਫਿਰ ਬਦਲ ਕਰੋ ਅਤੇ ਅੱਗੇ ਵਧੋ। ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਤੁਹਾਨੂੰ ਇਹ ਅਹਿਸਾਸ ਕਰਾਏਗਾ ਕਿ ਤੁਸੀਂ ਉਸ ਮੁਕਾਮ 'ਤੇ ਨਹੀਂ ਪਹੁੰਚੇ ਹੋ ਜੋ ਤੁਸੀਂ ਬਣਨਾ ਚਾਹੁੰਦੇ ਹੋ। ਤੁਸੀਂ ਸਮਾਂ ਹੱਦ ਵਧਾ ਸਕਦੇ ਹੋ ਅਤੇ ਅੱਗੇ ਵਧ ਸਕਦੇ ਹੋ। ਤੁਹਾਨੂੰ ਕਿਹੜੀ ਗੱਲ ਰੋਕ ਰਹੀ ਹੈ? ਇਹ ਸੋਚਣ ਲਈ ਸਮਾਂ ਕੱਢੋ ਕਿ ਤੁਹਾਨੂੰ ਆਪਣੇ ਟੀਚੇ ਲਈ ਕੰਮ ਕਰਨ ਅਤੇ ਇਸ ਨੂੰ ਹਾਸਲ ਕਰਨ ਤੋਂ ਕਿਹੜੀ ਗੱਲ ਰੋਕ ਰਹੀ ਹੈ। ਅਕਸਰ ਹੀ ਲੋਕ ਫੀਲਿੰਗ ਲੈ ਲੈਂਦੇ ਹਨ ਅਤੇ ਆਪਣੇ ਸੁਪਨੇ ਛੱਡ ਦਿੰਦੇ ਹਨ। ਤੁਸੀਂ ਇੱਕ ਅਸਪਸ਼ਟ ਫੀਲਿੰਗ ਨੂੰ ਟੱਕਰ ਨਹੀਂ ਦੇ ਸਕਦੇ ਜਾਂ ਇਸ ਨੂੰ ਹੱਲ ਨਹੀਂ ਕਰ ਸਕਦੇ, ਪਰ ਤੁਸੀਂ ਇੱਕ ਨਿਸ਼ਚਿਤ ਸਮੱਸਿਆ ਨੂੰ ਹੱਲ ਕਰ ਸਕਦੇ ਹੋ। ਇਸੇ ਕਾਰਨ ਤੁਹਾਡੇ ਲਈ ਅਸਲ ਗੱਲ 'ਤੇ ਪਹੁੰਚਣਾ ਬੇਹੱਦ ਮਹੱਤਵਪੂਰਨ ਹੈ ਕਿ ਤੁਹਾਨੂੰ ਕਾਮਯਾਬ ਹੋਣ ਤੋਂ ਕਿਹੜੀ ਗੱਲ ਰੋਕ ਰਹੀ ਹੈ। ਜੇ ਹੁਣ ਨਹੀਂ ਤਾਂ ਫਿਰ ਕਦੋਂ? ਇਹ ਤੁਹਾਡੇ ਟੀਚੇ ਨੂੰ ਹਾਸਲ ਕਰਨ ਦੇ ਪ੍ਰੋਜੈਕਟ 'ਚ ਇੱਕ ਜ਼ਬਰਦਸਤ ਤਾਕਤ ਵਧਾਊ ਹੁਲਾਰਾ ਲਿਆਉਣ 'ਚ ਸਰਲ ਤਰੀਕਾ ਹੈ। ਲੋਕਾਂ ਕੋਲ ਢਿੱਲ-ਮੱਠ ਕਰਨ ਅਤੇ ਇਸ ਲਈ ਦਲੀਲਾਂ ਘੜਨ ਦੀ ਕਲਾ ਦੀ ਦਾਤ ਹੈ। ਇਹਨਾਂ ਦੇਰੀ ਦੀਆਂ ਚਾਲਾਂ ਨੂੰ ਰੋਕਣ ਲਈ ਆਪਣੇ ਆਪ ਨੂੰ ਪੁੱਛੋ, ਜੇ ਹੁਣ ਨਹੀਂ ਤਾਂ ਫਿਰ ਕਦੋਂ? ਜੇ ਤੁਸੀਂ ਇਮਾਨਦਾਰ ਹੋ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਹੋਵੋਗੇ, ਤਾਂ ਤੁਸੀਂ ਮਹਿਸੂਸ ਕਰੋਗੇ ਕਿ ਇੱਕ ਬਿਹਤਰ ਜ਼ਿੰਦਗੀ ਲਈ ਅੱਗੇ ਵਧਣ ਵਾਸਤੇ ਹੁਣ ਨਾਲੋਂ ਵਧੀਆ ਸਮਾਂ ਹੋਰ ਕੋਈ ਨਹੀਂ ਹੈ। ਜਦੋਂ ਅਸੀਂ ਕਿਸੇ ਗੱਲ ਉੱਪਰ ਅਮਲ ਨਹੀਂ ਕਰਨਾ ਚਾਹੁੰਦੇ, ਅਸੀਂ ਇਸ ਨੂੰ ਅੱਗੇ ਪਾਉਣ ਲਈ ਬਹਾਨੇ ਲੱਭ ਲੈਂਦੇ ਹਾਂ। ਢਿੱਲ-ਮੱਠ ਤੁਹਾਡੀ ਆਦਤ ਬਣਨੀ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਜ਼ਿੰਦਗੀ 'ਚੋਂ ਅੱਗੇ ਵਧਣਾ ਚਾਹੁੰਦੇ ਹੋ, ਤੁਹਾਨੂੰ ਅਮਲ ਕਰਨ ਲਈ ਹਰਕਤ 'ਚ ਆਉਣਾ ਪੈਣਾ ਹੈ। ਕੋਈ ਦੇਰੀ ਨਹੀਂ, ਕੋਈ ਬਹਾਨਾ ਨਹੀਂ ਹੋਣਾ ਚਾਹੀਦਾ। 16 ਕਲਾ ਸੰਪੂਰਨ ਪਲ ਕਦੇ ਨਹੀਂ ਆਵੇਗਾ। ਬਹਾਨੇ ਬਣਾਉਣ ਦਾ ਕੋਈ ਲਾਭ ਨਹੀਂ। ਬਹਾਨੇ ਬਲੀ ਦੇ ਬੱਕਰੇ ਹਨ। ਇਹ ਸੱਚਾਈ ਉੱਪਰ ਪਰਦਾ ਪਾ ਦਿੰਦੇ ਹਨ। ਇਸ ਕਰਕੇ ਸਾਨੂੰ ਇਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਤੁਹਾਨੂੰ ਅਤੇ ਮੈਨੂੰ ਸਭ ਨੂੰ ਪਤਾ ਹੈ ਕਿ ਇਹ ਖੁਸ਼ ਅਤੇ ਕਾਮਯਾਬ ਜ਼ਿੰਦਗੀ ਦਾ ਸਲੀਕਾ ਨਹੀਂ ਹੈ। ਤੁਹਾਨੂੰ ਬਹਾਨੇ ਬਣਾਉਣੇ ਹਮੇਸ਼ਾ ਲਈ ਬੰਦ ਕਰਨੇ ਹੋਣਗੇ। ਤੁਸੀਂ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਕੰਮ ਕਿਉਂ ਨਹੀਂ ਕਰ ਰਹੇ? ਜਦੋਂ ਵੀ ਤੁਸੀਂ ਇਸ ਬਾਰੇ ਆਪਣੇ ਆਪ ਨੂੰ ਪਰਦਾ ਪਾਉਂਦਿਆਂ ਫੜ ਲੈਂਦੇ ਹੋ, ਮਿਸਾਲ ਵਜੋਂ ਮੇਰੇ ਕੋਲ ਸਮਾਂ ਨਹੀਂ ਹੈ, ਤਾਂ ਘੱਟੋ ਘੱਟ 3 ਠੋਸ ਕਾਰਨਾਂ ਸਮੇਤ ਇਹ ਜ਼ਰੂਰ ਲਿਖ ਲਓ ਕਿ ਤੁਹਾਡਾ ਬਹਾਨਾ ਪੂਰੀ ਤਰ੍ਹਾਂ ਗਲਤ ਕਿਉਂ ਹੈ ਅਤੇ ਇਸ ਨੂੰ ਦੁਬਾਰਾ ਕਦੇ ਨਾ ਬਣਾਓ। ਇਹ ਸ਼ਾਨਦਾਰ ਅਭਿਆਸ ਹੈ ਜੋ ਤੁਹਾਨੂੰ ਇਹ ਅਹਿਸਾਸ ਕਰਨ 'ਚ ਮਦਦ ਕਰੇਗਾ ਕਿ ਤੁਸੀਂ ਬਸ ਆਪਣੇ ਆਪ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਦੇਰੀ ਦਾ ਕੋਈ ਕਾਰਨ ਨਹੀਂ ਹੈ। ਡਰ। ਜੇ ਤੁਸੀਂ ਯਕੀਨਨ ਸਫਲਤਾ ਦੇ ਉਡੀਕ 'ਚ ਹੋ ਤਾਂ ਤੁਸੀਂ ਆਪਣੀ ਸਾਰੀ ਜ਼ਿੰਦਗੀ ਉਡੀਕਦੇ ਰਹੋਗੇ। ਡਰ ਪ੍ਰਕਿਰਿਆ ਦਾ ਹਿੱਸਾ ਹੈ। ਇਸ ਦੇ ਦੁਆਲੇ ਕੋਈ ਰਸਤਾ ਨਹੀਂ ਹੈ। ਤੁਸੀਂ ਇਹ ਸੋਚ ਸਕਦੇ ਹੋ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਦੇਖ ਰਹੇ ਹੋ, ਉਹ ਜਦੋਂ ਤੁਹਾਡੇ ਸੁਪਨੇ ਪੂਰੇ ਕਰਨ ਲਈ ਕੰਮ ਕਰਦੇ ਹਨ ਤਾਂ ਉਹ ਡਰ ਤੋਂ ਮੁਕਤ ਹੁੰਦੇ ਹਨ, ਪਰ ਤੁਸੀਂ ਗਲਤ ਹੋ। ਜਦੋਂ ਵੀ ਕੋਈ ਆਪਣੇ ਸੁੱਖ ਆਰਾਮ ਦੀ ਸਥਿਤੀ ਤੋਂ ਬਾਹਰ ਪੈਰ ਧਰਦਾ ਹੈ ਤਾਂ ਹਰ ਕੋਈ ਡਰਦਾ ਹੈ। ਸਵਾਲ ਇਹ ਹੈ ਕਿ ਕੀ ਤੁਸੀਂ ਮੰਜ਼ਿਲ ਵੱਲ ਤੁਰੇ ਰਹਿੰਦੇ ਹੋ ਜਾਂ ਨਹੀਂ। ਡਰ ਨੂੰ ਜਿੱਤਣਾ ਸਿਆਣਪ ਦੀ ਸ਼ੁਰੂਆਤ ਹੈ।
ਇਹ ਕਹਿਣਾ ਹੈ ਬਰਟਰੰਡ ਰਸਲ ਦਾ। ਜਦੋਂ ਤੁਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਸ਼ੁਰੂ 'ਚ ਤੁਸੀਂ ਬੇਚੈਨੀ ਮਹਿਸੂਸ ਕਰੋਗੇ, ਤੁਸੀਂ ਵੱਖਰਾ ਮਹਿਸੂਸ ਕਰੋਗੇ, ਪਰ ਜੇ ਤੁਸੀਂ ਹਰ ਚੀਜ਼ ਨੂੰ ਚੁਣੌਤੀ ਦਿੰਦੇ ਹੋ ਤਾਂ ਤੁਹਾਨੂੰ ਆਪਣੇ ਅਤੀਤ ਤੋਂ ਵੱਖਰੇ ਨਤੀਜੇ ਮਿਲਣਗੇ। ਸਹਿਜੇ ਸਹਿਜੇ ਤੁਸੀਂ ਆਪਣੇ ਸੁੱਖ ਆਰਾਮ ਦੇ ਖੇਤਰ ਤੋਂ ਬਾਹਰ ਰਹਿ ਕੇ ਸੁਖੀ ਹੋ ਜਾਂਦੇ ਹੋ। ਡਰ ਬੁਝਾਰਤ ਦਾ ਹਿੱਸਾ ਹੈ। ਢੇਰੀ ਢਾਹ ਲੈਣਾ ਹੀ ਅਸਫਲ ਹੋਣ ਦਾ ਇੱਕੋ ਇੱਕ ਯਕੀਨੀ ਤਰੀਕਾ ਹੈ। ਇਹ ਕਹਿਣਾ ਹੈ ਗੇਨਾ ਸ਼ੋਵਾਲਟਰ ਦਾ। ਬਹੁਤੇ ਲੋਕ ਕਾਮਯਾਬ ਐਕਟਰ, ਅਦਾਕਾਰ, ਸਿਆਸਤਦਾਨ ਅਤੇ ਖਿਡਾਰੀ ਦਰਸ਼ਕਾਂ ਅੱਗੇ ਬੋਲਣ ਜਾਂ ਪੇਸ਼ਕਾਰੀ ਕਰਨ ਤੋਂ ਪਹਿਲਾਂ ਮੰਚ ਦੇ ਖੌਫ ਦੀ ਗੱਲ ਕਰਦੇ ਹਨ। ਇਹਨਾਂ 'ਚੋਂ ਲੇਡੀ ਗਾਗਾ, ਐਡਲ ਅਤੇ ਆਸਕਰ ਇਨਾਮ ਜੇਤੂ ਬਾਰਬਰਾ ਸਟ੍ਰਾਈਸੈਂਡ ਸ਼ਾਮਲ ਹਨ। ਮਸ਼ਹੂਰ ਗਾਇਕ ਰੌਡ ਸਟੂਅਰਟ ਨੇ ਦੱਸਿਆ ਕਿ ਆਪਣੀ ਪਹਿਲੀ ਅਮਰੀਕਨ ਫੇਰੀ ਸਮੇਂ ਉਹ ਇੰਨਾ ਭੈਭੀਤ ਸੀ ਕਿ ਪਹਿਲਾ ਗੀਤ ਗਾਉਣ ਸਮੇਂ ਉਸ ਨੇ ਆਪਣੇ ਆਪ ਨੂੰ ਐਂਪਲੀਫਾਇਰ ਦੇ ਪਿੱਛੇ ਲੁਕੋ ਲਿਆ ਸੀ। ਇਸ ਕਰਕੇ ਜੇ ਤੁਸੀਂ ਘਬਰਾਹਟ ਮਹਿਸੂਸ ਕਰਦੇ ਹੋ ਤਾਂ ਤੁਸੀਂ ਐਸੇ ਇਕੱਲੇ ਵਿਅਕਤੀ ਨਹੀਂ ਹੋ। ਗ੍ਰੈਮੀ ਇਨਾਮ ਜੇਤੂ ਗਾਇਕਾ ਐਡਲ ਪੇਸ਼ਕਾਰੀ ਤੋਂ ਪਹਿਲਾਂ ਇੰਨਾ ਡਰ ਜਾਂਦੀ ਹੈ ਕਿ ਉਸ ਨੂੰ ਉਲਟੀ ਆ ਜਾਂਦੀ ਹੈ। ਮੰਚ 'ਤੇ ਜਾਣ ਤੋਂ ਪਹਿਲਾਂ ਮੈਨੂੰ ਬਹੁਤ ਉਲਟੀਆਂ ਆਉਂਦੀਆਂ ਹਨ, ਜਦ ਕਿ ਮੰਚ ਉੱਪਰ ਇੰਜ ਨਹੀਂ ਹੁੰਦਾ। ਘਬਰਾਹਟ ਜਿੰਨੀ ਵਧੇਰੇ ਹੁੰਦੀ ਹੈ, ਮੈਨੂੰ ਸ਼ੋਅ ਦਾ ਉਨਾ ਹੀ ਜ਼ਿਆਦਾ ਆਨੰਦ ਆਉਂਦਾ ਹੈ। ਇਹ ਕਹਿਣਾ ਹੈ ਗਾਇਕਾ ਐਡਲ ਦਾ। ਚੇਤੇ ਰੱਖੋ, ਤੁਸੀਂ ਅਸਫਲ ਹੋਵੋਗੇ ਅਤੇ ਅਜਿਹਾ ਕਰਨਾ ਸਹੀ ਹੈ। ਅਸਫਲ ਹੋਣ ਦਾ ਮਤਲਬ ਹੈ ਤੁਸੀਂ ਕੋਸ਼ਿਸ਼ ਕਰ ਰਹੇ ਹੋ। ਬਥੇਰੇ ਐਸੇ ਲੋਕ ਹਨ ਜੋ ਸੁਪਨੇ ਤਾਂ ਦੇਖਦੇ ਹਨ ਜਾਂ ਕੁਝ ਕਰਨ ਦੀਆਂ ਗੱਲਾਂ ਵੀ ਕਰਦੇ ਹਨ, ਪਰ ਅਮਲ ਕਦੇ ਨਹੀਂ ਕਰਦੇ। ਇਸ ਲਈ ਅੱਜ ਹੁਣੇ ਹੀ ਆਪਣੇ ਆਪ ਨੂੰ ਅਸਫਲ ਹੋਣ ਦੀ ਖੁੱਲ੍ਹ ਦੇ ਦਿਓ। ਇੱਕ ਵਾਰ, ਦੋ ਵਾਰ ਨਹੀਂ, ਸਗੋਂ ਕਈ ਵਾਰ। ਖੇਡ ਇਸ ਤਰ੍ਹਾਂ ਕੰਮ ਕਰਦੀ ਹੈ। ਇਹ ਵਿਸ਼ਵਾਸ ਕਰਨਾ ਕਿ ਉੱਚੇ ਟੀਚੇ ਨੂੰ ਤੁਸੀਂ ਬੇਝਿਜਕ ਪੂਰਾ ਕਰ ਲਵੋਗੇ, ਇਹ ਵਿਸ਼ਵਾਸ ਕਰਨ ਦੀ ਤਰ੍ਹਾਂ ਹੈ ਕਿ ਤੁਸੀਂ ਹਾਕੀ ਜਾਂ ਫੁੱਟਬਾਲ ਮੁਹਾਰਤ ਨਾਲ ਖੇਡ ਸਕਦੇ ਹੋ। ਚੇਤੇ ਰੱਖੋ, ਤੁਸੀਂ ਮਨੁੱਖ ਹੋ, ਤੁਸੀਂ ਕੋਈ ਰੋਬੋਟ ਨਹੀਂ ਹੋ। ਸ਼ੱਕ, ਭੈ ਜਾਂ ਸ਼ਰਮਿੰਦਗੀ ਦੀਆਂ ਆਵਾਜ਼ਾਂ ਨੂੰ ਸ਼ਾਂਤ ਹੋਣ ਦਿਓ। ਆਪਣੇ ਟੀਚੇ ਪਿੱਛੇ ਨਿਡਰ ਹੋ ਕੇ ਪਏ ਰਹੋ। ਜਦੋਂ ਕੋਈ ਕੰਮ ਯੋਜਨਾ ਅਨੁਸਾਰ ਨਹੀਂ ਹੁੰਦਾ ਤਾਂ ਰੱਦੋ ਬਦਲ ਕਰਨੀ ਪੈਂਦੀ ਹੈ ਅਤੇ ਕੰਮ ਮੁੜ ਚੱਲ ਪੈਂਦਾ ਹੈ। ਥੋੜ੍ਹੀ ਮਿਆਦ ਦੇ ਝਟਕੇ ਤੁਹਾਡੀ ਅਭਿਲਾਸ਼ਾ ਨੂੰ ਕਦੇ ਵੀ ਖਤਮ ਨਹੀਂ ਕਰਨਗੇ। ਕੋਈ ਵੀ ਮਨੁੱਖ ਸੰਪੂਰਨ ਨਹੀਂ ਹੈ ਅਤੇ ਕਿਸੇ ਕੋਲ ਵੀ ਸੰਪੂਰਨ ਯੋਜਨਾ ਨਹੀਂ ਹੁੰਦੀ। ਆਪਣੇ ਸੰਪੂਰਨਤਾਵਾਦ 'ਚੋਂ ਬਾਹਰ ਆਓ। ਇਹ ਜਾਣ ਲਓ ਕਿ ਤੁਸੀਂ ਅਸਫਲ ਹੋਵੋਗੇ ਅਤੇ ਤੁਹਾਨੂੰ ਝਟਕਿਆਂ ਦਾ ਸਾਹਮਣਾ ਕਰਨਾ ਪਵੇਗਾ। ਆਪਣੀਆਂ ਗਲਤੀਆਂ ਤੋਂ ਸਿੱਖੋ, ਮੁੜ ਉੱਠੋ ਅਤੇ ਤੁਰਦੇ ਰਹੋ। ਇਹ ਲਗਾਤਾਰ ਅਮਲ ਹੈ। ਤੁਹਾਨੂੰ ਹਮੇਸ਼ਾ ਸਕਾਰਾਤਮਕ ਰਹਿਣਾ ਪਵੇਗਾ। ਹੋਰ ਨਵੇਂ ਖਿਆਲਾਂ ਵੱਲ ਧਿਆਨ ਦਿਓ, ਪ੍ਰੇਰਿਤ ਹੋਵੋ। ਇਹ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਗੁਰ ਹੈ। ਤਬਦੀਲੀ ਲਿਆਉਣ ਲਈ ਤੁਹਾਡਾ ਮਨ ਖੁੱਲ੍ਹਾ ਹੋਣਾ ਚਾਹੀਦਾ ਹੈ। ਸ਼ੈਰਲ ਸਟ੍ਰੇਟ ਦਾ ਕਹਿਣਾ ਹੈ, ਆਪਣੀ ਜ਼ਿੰਦਗੀ ਤੁਸੀਂ ਬਣਾਉਣੀ ਹੈ। ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਬਲਾਕਾਂ ਦੀ ਤਰ੍ਹਾਂ ਇੱਕ ਦੂਜੇ ਦੇ ਉੱਪਰ ਚਿਣਦੇ ਜਾਓ। ਇਸ ਦੇ ਦੁਆਲੇ ਆਪਣਾ ਸੁਪਨਾ ਬਣਾਓ। ਧੰਨਵਾਦ।